ਲੋਕ ਸੰਤ ਮੰਡਲ ਮਹਿ ਹਰ ਜਸ ਕਥੈ ਬੋਲੈ ਸਤ ਸੁਭਾਇ। ਨਾਨਕ ਮਨ ਸੰਤੋਖੀਐ ਏਕਸ ਸਿਉ ਲੇਵਲਾਇ। ਸੰਤ ਮੰਡਲ ਹਰ ਜਸ ਕਥੈ ਬੋਲਹਿ ਸਤ ਸੁਭਾਇ। ਨਾਨਕ ਮਨ ਸੰਤੋਖੀਐ ਏਕਸ ਸਿਉ ਲੇਵਲਾਇ। ਪੌੜੀ। ਸਪਤਮ ਸੰਚਹੁ ਨਾਮ ਧਨ ਟੂਟ ਨ ਜਾਹਿ ਭੰਡਾਰ। ਸੰਤ ਸੰਗਤ ਮਹਿ ਪਾਈਐ ਅੰਤ ਨ ਪਾਰਾਵਾਰ। ਆਪ ਤਜਹੁ ਗੋਬਿੰਦ ਭਜੋ ਸ਼ਰਨ ਪਰਹੁ ਹਰਿ ਰਾਇ। ਦੁਖ ਹਰੈ ਭਵ ਜਲ ਤਰੈ ਮਨ ਚਿੰਦਿਆ ਫਲ ਪਾਇ। ਆਠ ਪਹਿਰ ਮਨ ਹਰਿ ਜਪੈ ਸਫਲ ਜਨਮ ਪਰਵਾਣ। ਅੰਤਰ ਬਾਹਰ ਸਦਾ ਸੰਗ ਕਰਨੈ ਹਾਰ ਪਛਾਣ। ਸੋ ਸਾਜਨ ਸੋ ਸਖਾ ਮੀਤ ਜੋ ਹਰਿ ਕੀ ਮਤਿ ਦੇ। ਨਾਨਕ ਤਿਸ ਬਲਿਹਾਰਣੈ ਹਰਿ ਹਰਿ ਨਾਮ ਜਪੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ। ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਸ਼ਨ ਕਰਦਿਆਂ ਹੋਇਆਂ ਸਤਿਗੁਰੂ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਕੀਰਤਨ ਰਾਹੀਂ ਸਤਿਗੁਰਾਂ ਦਾ ਪਾਵਨ ਉਪਦੇਸ਼ ਆਪ ਸਰਬੱਤ ਸੰਗਤ ਨੇ ਬੜੇ ਅਦਬ ਸਹਿਤ ਕੀਰਤਨ ਦੇ ਰਾਹੀਂ ਸ਼ਰਵਣ ਕੀਤਾ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਦੀ ਆਪਾਂ ਸਾਰੇ ਹੀ ਲੜੀਵਾਰ ਵਿਚਾਰ ਦੇ ਨਾਲ ਸਾਂਝ ਬਣਾਉਣ ਦਾ ਯਤਨ ਕਰਦੇ ਹਾਂ। ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਪਾਵਨ ਬਾਣੀ ਰਾਗ ਗੌੜੀ ਦੇ ਵਿੱਚੋਂ ਥਿੱਤੀ, ਜਿਸ ਦੀ ਆਪ ਜੀ ਨੇ 7ਵੀਂ ਪੌੜੀ ਅਤੇ ਸੰਬੰਧਿਤ ਸ਼ਲੋਕ ਦਾ ਪਾਠ ਸ਼ਰਵਣ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਉਸ ਅਕਾਲ ਪੁਰਖ ਦੇ ਗੁਣਾਂ ਨਾਲ, ਉਹਦੀ ਇਬਾਦਤ, ਉਹਦੀ ਬੰਦਗੀ ਨਾਲ ਸਾਂਝ ਪਾਉਣ ਲਈ ਜਿਹੜਾ ਸਭ ਤੋਂ ਅਹਿਮ ਔਰ ਮੁੱਖ ਰਸਤਾ ਸਤਿਗੁਰੂ ਜੀ ਨੇ ਬਿਆਨ ਕੀਤਾ ਹੈ ਉਹ ਹੈ ਸਤ ਸੰਗਤ। ਸਤ ਸੰਗਤ ਦਾ ਭਾਵ ਹੈ ਜਿੱਥੇ ਗੁਰੂ ਆਸ਼ੇ ਮੁਤਾਬਕ ਅਕਾਲ ਪੁਰਖ ਦੀ ਯਾਦ ਨਾਲ, ਰੱਬੀ ਗੁਣਾਂ ਦੀ ਵਿਚਾਰ ਨਾਲ
ਸਾਂਝ ਬਣਾਉਣ ਹਿਤ ਰੱਬੀ ਪਿਆਰੇ ਇਕੱਤਰ ਹੁੰਦੇ ਹਨ, ਉਹਨੂੰ ਸਤ ਸੰਗਤ ਕਿਹਾ ਜਾਂਦਾ ਹੈ। ਦੂਸਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਧ ਸੰਗਤ ਆਉਂਦਾ ਹੈ, ਜਿਸ ਦਾ ਭਾਵ ਹੈ ਗੁਰੂ ਦੀ ਨੇੜਤਾ, ਗੁਰੂ ਦੀ ਸੋਭਤ, ਗੁਰੂ ਨਾਲ ਇੱਕ ਸੁਰ ਹੋਣਾ। ਕਈ ਜਗ੍ਹਾ ਦੇ ਉੱਤੇ ਸੰਤ ਸੰਗਤ ਸ਼ਬਦ ਵੀ ਆਉਂਦਾ ਹੈ। ਸੰਤ ਸੰਗਤ ਦਾ ਭਾਵ ਜੇ ਬਹੁ ਵਚਨ ਵਿੱਚ ਹੋਵੇ ਤਾਂ ਰੱਬੀ ਪਿਆਰਿਆਂ ਦੀ ਸੰਗਤ, ਜੇ ਇੱਕ ਵਚਨ ਵਿੱਚ ਹੋਵੇ ਤਾਂ ਗੁਰੂ ਦੀ ਸੰਗਤ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਇਸ ਤਰ੍ਹਾਂ ਇਹ ਵੱਖ-ਵੱਖ ਰੂਪ ਜਿਹੜੇ ਹਨ ਉਹ ਬਿਆਨ ਕੀਤੇ ਗਏ ਨੇ। ਪ੍ਰਕਰਣ ਦੇ ਮੁਤਾਬਕ ਇਹਨਾਂ ਸ਼ਬਦਾਂ ਦੇ ਇਸ ਤਰ੍ਹਾਂ ਅਰਥ ਹੁੰਦੇ ਨੇ। ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੱਜ ਦੀ ਇਸ ਵਿਚਾਰ ਅਧੀਨ ਇਹ ਪੌੜੀ ਅਤੇ ਪਾਵਨ ਸ਼ਲੋਕ ਜਿਸ ਦਾ ਪਾਠ ਆਪਾਂ ਸਾਂਝਾ ਕੀਤਾ ਹੈ, ਇਸ ਵਿੱਚ ਗੁਰੂ ਮਹਾਰਾਜ ਨੇ ਇੱਕ ਹੋਰ ਸ਼ਬਦ ਵਰਤਿਆ ਹੈ, ਸੰਤ ਮੰਡਲ। ਮੰਡਲੀ ਕਹਿੰਦੇ ਹਨ ਇਕੱਠ ਨੂੰ, ਇੱਕ ਛੋਟੇ ਜਾਂ ਵੱਡੇ ਜਥੇ ਨੂੰ, ਵੀ ਜਿੱਥੇ ਕੁਝ ਲੋਕ ਇਕੱਠੇ ਹੋ ਕੇ ਸਫ਼ਰ ਕਰਦੇ ਸਨ। ਭਾਰਤੀ ਪਰੰਪਰਾ ਦੇ ਵਿੱਚ ਇਹ ਸ਼ਬਦ ਸ਼ਾਇਦ ਕਾਫੀ ਲੰਮੇ ਸਮੇਂ ਤੋਂ ਵਰਤਿਆ ਜਾਂਦਾ ਹੈ। ਇਹ ਕਦ ਸਾਧ ਪਹਿਰਾਵੇ ਵਾਲਾ ਇਨਸਾਨ ਸਫ਼ਰ ਕਰਦਾ ਸੀ, ਉਹਨੂੰ ਕਿਹਾ ਜਾਂਦਾ ਸੀ ਮਹਾਤਮਾ ਆਇਆ ਹੈ, ਸੰਤ ਆਇਆ ਹੈ। ਇਹ ਸ਼ਬਦ ਸਨ ਭਾਰਤੀ ਲੋਕਾਂ ਦੇ ਅੰਦਰ ਜੋ ਸ਼ਰਧਾ ਸੀ, ਜੋ ਪਿਆਰ ਸੀ, ਔਰ ਜੋ ਉਹਨਾਂ ਲੋਕਾਂ ਨੇ ਆਪਣੀ ਦਿੱਖ ਬਣਾ ਕੇ ਰੱਖੀ ਸੀ, ਉਸ ਤੋਂ ਉਹਨਾਂ ਨੂੰ ਸੰਤੀ ਕਿਹਾ ਜਾਂਦਾ ਸੀ, ਮਹਾਤਮਾ ਕਿਹਾ ਜਾਂਦਾ ਸੀ, ਸਾਧੂ ਕਿਹਾ ਜਾਂਦਾ ਸੀ। ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਇਹਨਾਂ ਬਾਬਤ ਸਤਿਗੁਰੂ ਜੀ ਨੇ ਬੜਾ ਸਪਸ਼ਟ ਜਿਹਾ ਨਿਰਣਾ ਬਾਣੀ ਦੇ ਵਿੱਚ ਦਿੱਤਾ ਹੈ ਕਿ ਸੰਤ ਕੌਣ ਹੈ, ਸਾਧ ਕੌਣ ਹੈ, ਸਾਧੇ ਹੋਏ ਪੁਰਖ ਦੀਆਂ ਨਿਸ਼ਾਨੀਆਂ ਕੀ ਹਨ। ਖੈਰ ਆਪਾਂ ਇੱਕ ਉਦਾਹਰਣ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਜੇ ਕਿਧਰੇ ਉਹ ਬਹੁਤੇ ਜਾਣੇ ਹੋਣ, ਇੱਕ ਤੋਂ ਵੱਧ ਹੋਣ, 4 ਹੋਣ, 5 ਹੋਣ, 10 ਹੋਣ ਜਾਂ ਇਸ ਤੋਂ ਵਧੇਰੇ, ਉਹਨਾਂ ਨੂੰ ਕਿਹਾ ਜਾਂਦਾ ਸੀ ਸੰਤ ਮੰਡਲੀ ਆਈ ਹੈ। ਮੰਡਲੀ ਦਾ ਅਰਥ ਹੁੰਦਾ ਹੈ ਜਥਾ, ਸਭਾ, ਜਾਂ ਫਿਰ ਜਿਸ ਜਗ੍ਹਾ ਉੱਤੇ ਬੈਠ ਕੇ ਉਹ ਆਪਣੇ ਸ਼ਰਧਾਲੂਆਂ ਨੂੰ ਪ੍ਰਵਚਨ ਦਿੰਦੇ ਸਨ, ਉਹਨਾਂ ਨਾਲ ਵਿਚਾਰ ਚਰਚਾ ਕਰਦੇ ਸਨ, ਵਾਰਤਾਲਾਪ ਕਰਦੇ ਸਨ, ਉਹਨਾਂ ਨੂੰ ਕਿਹਾ ਜਾਂਦਾ ਸੀ ਇੱਥੇ ਸੰਤ ਮੰਡਲੀ ਲੱਗੀ ਹੋਈ ਹੈ। ਭਾਵ ਇੱਥੇ ਮਹਾਤਮਾ ਲੋਕ, ਸਾਧੂ ਲੋਕ ਇਕੱਠੇ ਹੋ ਕੇ ਇੱਥੇ ਆਪਣਾ ਉਪਦੇਸ਼ ਦੇ ਰਹੇ ਹਨ। ਉਹਨਾਂ ਨੂੰ ਕਿਹਾ ਜਾਂਦਾ ਸੀ ਇਸ ਜਗ੍ਹਾ ਦੇ ਉੱਤੇ ਇਹਨਾਂ ਦਾ ਦੀਵਾਨ, ਇਹਨਾਂ ਦੀ ਸਭਾ ਜੁੜੀ ਹੋਈ ਹੈ। ਤੋ ਇਸ ਤਰ੍ਹਾਂ ਸਮਾਂ ਪਾ ਕੇ ਆਪਣੇ ਆਪਣੇ ਖਿਆਲਾਂ ਦੇ ਮੁਤਾਬਕ ਉਹਨਾਂ ਸਾਧੂਆਂ ਨੇ, ਸਾਧ ਪਹਿਰਾਵੇ ਵਾਲੇ ਲੋਕਾਂ ਨੇ ਆਪਣੇ ਆਪਣੇ ਜਥੇ ਬਣਾ ਲਏ, ਜਿਸ ਤੋਂ ਹੌਲੀ ਹੌਲੀ ਵਿਚਾਰਧਾਰਕ ਤੌਰ ਤੇ ਮਤਭੇਦ ਹੁੰਦਿਆਂ ਹੋਇਆਂ ਅਲੱਗ-ਅਲੱਗ ਕਈ ਫਿਰਕੇ ਜਿਹੜੇ ਸਨ ਉਹ ਹੌਲੀ ਹੌਲੀ ਹੋਂਦ ਵਿੱਚ ਆਉਂਦੇ ਗਏ। ਤੇ ਫਿਰ ਹਰ ਫਿਰਕੇ ਦਾ ਸਾਧੂ ਆਪਣੇ ਫਿਰਕੇ ਦੇ ਸਾਧੂ ਨਾਲ ਹੀ ਮੰਡਲੀ ਬਣਾ ਕੇ ਤੁਰਨ ਲੱਗ ਪਿਆ। ਇੱਕ ਦੂਸਰੇ ਨਾਲ ਵੈਰ ਵਿਰੋਧ ਤੇ ਈਰਖਾ ਵੀ ਵੱਧ ਗਈ। ਸੰਪਰਦਾਇਕ ਝਗੜੇ ਖੜੇ ਹੋਏ, ਆਪਸ ਵਿੱਚ ਖਿੱਚੋਤਾਣ ਪੈਦਾ ਹੋਈ, ਇੱਕ ਦੂਜੇ ਨੂੰ ਝੂਠੇ ਅਤੇ ਆਪਣੇ ਆਪ ਨੂੰ ਸੱਚੇ ਦੱਸਣ ਦੀ ਕੋਸ਼ਿਸ਼ ਆਰੰਭ ਹੋ ਗਈ। ਇਸ ਤਰ੍ਹਾਂ ਬਹੁਤੇਰੇ ਭੇਦ ਜਿਹੜੇ ਹਨ, ਫਰਕ ਜਿਹੜੇ ਹਨ, ਉਹ ਸਾਹਮਣੇ ਆਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚੋਂ ਆਪਾਂ ਕੁਝ ਸ਼ਬਦ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਪਹਿਲਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੰਤ ਸਾਧ ਕੌਣ ਹੈ। ਇੱਕ ਸਾਦੇ ਹੋਏ ਜੀਵਨ ਦੀ ਗੱਲ, ਭਾਵੇਂ ਅਕਾਲ ਪੁਰਖ ਬੋਧਕ ਵੀ ਇਹ ਸ਼ਬਦ ਆਇਆ ਹੈ, ਗੁਰੂ ਬੋਧਕ ਵੀ ਇਹ ਸ਼ਬਦ ਆਇਆ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਧਰਮੀ ਮਨੁੱਖ ਨੂੰ, ਅਸੂਲ ਪ੍ਰਸਤ ਰੱਬੀ ਗੁਣਾਂ ਨਾਲ ਜੁੜੇ ਹੋਏ ਸਚਿਆਰੇ ਪੁਰਖ ਨੂੰ ਬਾਣੀ ਦੇ ਅੰਦਰ ਬੇਹੱਦ ਮਾਣ ਤੇ ਸਨਮਾਨ ਬਖਸ਼ਿਸ਼ ਕੀਤਾ ਹੈ। ਔਰ ਉਸ ਬਾਰੇ ਹਜ਼ੂਰ ਨੇ ਇੱਥੋਂ ਤੱਕ ਵੀ ਕਿਹਾ ਹੈ ਕਿ ਜਿਹੜਾ ਮਨੁੱਖ ਕੇਵਲ ਵਿਖਾਵੇਬਾਜ਼ੀ ਕਰਦਾ ਹੈ, ਕਮਾਈ ਉਸ ਦੇ ਕੋਲ ਨਹੀਂ, ਜਿਸ ਨੇ ਆਪਣੇ ਜੀਵਨ ਨੂੰ ਸਵਾਰਿਆ ਨਹੀਂ, ਜੀਵਨ ਵਿੱਚ ਉਹ ਰੱਬੀ ਗੁਣ ਨਹੀਂ ਲਿਆਂਦੇ, ਐਸਾ ਵਿਖਾਵੇਬਾਜ਼ ਬਨਾਰਸ ਦਾ ਠੱਗ ਤੇ ਹੋ ਸਕਦਾ ਹੈ, ਸੰਤ ਕਤਈ ਨਹੀਂ ਹੋ ਸਕਦਾ। ਤੁਸੀਂ ਹੈਰਾਨ ਹੋਵੋਗੇ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਿੱਖ ਸ਼ਬਦ ਦਾ ਵਿਰੋਧੀ ਸ਼ਬਦ ਨਹੀਂ ਮਿਲੇਗਾ ਤੁਹਾਨੂੰ। ਆ ਸਿੱਖ,
ਐੜਾ ਲੱਗ ਜਾਏ ਤੇ ਵਿਰੋਧੀ ਹੋ ਜਾਂਦਾ। ਅਸਿੱਖ ਸ਼ਬਦ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਮਿਲੇਗਾ, ਪਰ ਸੰਤ ਦਾ ਅਸੰਤ ਸ਼ਬਦ ਜ਼ਰੂਰ ਮਿਲ ਜਾਏਗਾ। ਅਸੰਤ ਅਨਾੜੀ ਕਦੇ ਨਾ ਬੂਝੈ, ਕਥਨੀ ਕਰੇ ਤੈ ਮਾਇਆ ਨਾਲ ਲੂਝੈ। ਇਸ ਸ਼ਬਦ ਨੂੰ ਜਾਂ ਇਸ ਪਹਿਰਾਵੇ ਨੂੰ ਕਹਿ ਲਓ ਵਰਤ ਕੇ ਆਪਣਾ ਖੋਖਲਾਪਨ ਢੱਕਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਇਹ ਤਾਂ ਕਬੀਰ ਸਾਹਿਬ ਨੇ ਤਕੜੀ ਝਾੜ ਆਪਣੀ ਬਾਣੀ ਦੇ ਵਿੱਚ ਪਾ ਦਿੱਤੀ ਹੈ। ਗਲੀ ਜਿਨ੍ਹਾਂ ਜਪ ਮਾੜੀਆਂ, ਲੋਟੇ ਹੱਥ ਨੇ ਬੱਗ, ਓਏ ਹਰ ਕੇ ਸੰਤ ਨਾ ਆਖੀਆਂ, ਬਾਨਾਰਸ ਕੇ ਠੱਗ, ਐਸੇ ਸੰਤ ਨਾ ਮੋਕੋ ਭਾਵੇਂ। ਹੁਣ ਇਹ ਵਿਚਾਰਨ ਦੀ ਆਪਾਂ ਕੋਸ਼ਿਸ਼ ਕਰੀਏ, ਭਾਵੇਂ ਅਸੀਂ ਮੈਜੋਰਟੀ ਵਿੱਚ ਇੱਕ ਸਿੱਖ ਸ਼ਬਦ ਜਿਹੜਾ ਉਹ ਸਾਡੀ ਕੌਮੀ ਪਹਿਚਾਣ ਦਾ ਜਾਂ ਇੱਕ ਸਾਡਾ ਕੌਮੀਅਤ ਸ਼ਬਦ ਹੈ, ਪਰ ਵੈਸੇ ਬਾਣੀ ਦੇ ਅੰਦਰ ਸਿੱਖ ਸ਼ਬਦ ਦੀ ਜਿਹੜੀ ਵਿਚਾਰ ਹੈ ਉਹ ਹੈ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਨ ਵਾਲਾ, ਗੁਰੂ ਦੀ ਸਿੱਖਿਆ ਲੈਣ ਦਾ ਯਤਨ ਕਰਨ ਵਾਲਾ, ਗੁਰੂ ਦੀ ਸਿੱਖਿਆ ਮੁਤਾਬਕ ਆਪਣੇ ਆਪ ਨੂੰ ਤੋਰਨ ਦੀ ਕੋਸ਼ਿਸ਼ ਆਹਰ ਵਿੱਚ ਲੱਗਾ ਹੋਇਆ। ਸਿੱਖੀ ਸਿੱਖਿਆ ਗੁਰ ਵਿਚਾਰ, ਤੇ ਜਿਹੜਾ ਕੋਸ਼ਿਸ਼ ਵਿੱਚ ਹੈ ਉਹ ਦਾਵਾ ਨਹੀਂ ਕਰਦਾ ਕਿ ਮੈਂ ਪੂਰਾ ਹੋ ਗਿਆ ਹਾਂ, ਇਸ ਕਰਕੇ ਉਹਦਾ ਵਿਰੋਧੀ ਸ਼ਬਦ ਨਹੀਂ ਹੋ ਸਕਦਾ। ਜਦੋਂ ਮੈਂ ਇਹ ਮੰਨਾਂਗਾ ਵੀ ਮੈਂ ਉਸਤਾਦ ਹਾਂ, ਮੈਂ ਸਿਆਣਾ ਹਾਂ, ਤਦੋਂ ਹੀ ਜੇ ਮੇਰਾ ਖੋਖਲਾਪਨ ਤੁਹਾਡੇ ਸਾਹਮਣੇ ਆਏਗਾ, ਤੁਸੀਂ ਆਖੋਗੇ ਉਸਤਾਦ ਤਾਂ ਕੀ, ਤੂੰ ਤਾਂ ਮੂਰਖ ਹੈ, ਤੂੰ ਪੜ੍ਹਿਆ ਲਿਖਿਆ ਨਹੀਂ, ਤੂੰ ਬੇਵਕੂਫ ਹੈ। ਫਿਰ ਮੇਰੇ ਵਿਰੋਧੀ ਸ਼ਬਦ ਵਰਤੇ ਜਾਣ, ਕਿਉਂਕਿ ਮੈਂ ਦਾਵਾ ਕਰ ਲਿਆ ਵੀ ਮੈਂ ਪੂਰਾ ਹਾਂ, ਪਰਫੈਕਟ ਹਾਂ। ਜਦੋਂ ਮੈਂ ਇਹ ਮੰਨ ਲਵਾਂ ਵੀ ਨਹੀਂ ਭਾਈ ਮੈਂ ਤਾਂ ਸਿੱਖ ਰਿਹਾ ਹਾਂ, ਤਾਂ ਸਿੱਖਣ ਵਾਲੇ ਕੋਲੋਂ ਗਲਤੀ ਦੀ ਜੇ ਗੁੰਜਾਇਸ਼ ਹੋਵੇ ਉਹਦੇ ਜੀਵਨ ਅੰਦਰ, ਜੋ ਕਿ ਹੁੰਦੀ ਹੈ, ਫਿਰ ਉਸ ਨੂੰ ਬਹੁਤਾ ਉੱਚਾ ਨਹੀਂ ਚੁੱਕਿਆ ਜਾਂਦਾ, ਕਿਉਂਕਿ ਉਹਨੇ ਤਾਂ ਪਹਿਲਾਂ ਹੀ ਮੰਨਿਆ ਹੋਇਆ ਵੀ ਮੈਂ ਅਜੇ ਸਿੱਖ ਰਿਹਾ ਹਾਂ, ਮੈਂ ਤਾਂ ਗੁਰੂ ਦੇ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ, ਮੈਂ ਤਾਂ ਗੁਰਮਤ ਦੇ ਸਿਧਾਂਤ ਦੀ ਪ੍ਰੈਕਟਿਸ ਕਰ ਰਿਹਾ, ਮੈਂ ਕੋਈ ਦਾਵਾ ਨਹੀਂ ਕਰਦਾ ਵੀ ਮੈਂ ਕਿਤੇ ਪਹੁੰਚਿਆ। ਇਸ ਤਰ੍ਹਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚੋਂ ਇਹ ਸਾਰਾ ਕੁਝ ਮਿਲ ਜਾਂਦਾ ਹੈ। ਹੁਣ ਗੁਰੂ ਪਾਤਸ਼ਾਹ ਜੀ ਮੰਡਲ ਕਿਸ ਨੂੰ ਆਖਦੇ ਹਨ ਬਾਣੀ ਦੇ ਅੰਦਰ? ਮੰਡਲ ਹੈ ਸਭਾ, ਦੀਵਾਨ, ਜਗ੍ਹਾ, ਸੰਗਤ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਸ਼ਬਦ ਆਪਣੇ ਭੈਰੋ ਰਾਗ ਦੀ ਬਾਣੀ ਦੇ ਵਿੱਚ ਵਰਤਿਆ ਹੈ, ਉੱਥੇ ਇਸ ਦੀ ਪਰਿਭਾਸ਼ਾ ਹਜ਼ੂਰ ਨੇ ਸਾਡੇ ਸਾਹਮਣੇ ਰੱਖੀ ਹੈ। ਹਜ਼ੂਰ ਕਹਿੰਦੇ ਨੇ ਸੰਤ ਮੰਡਲ ਮੈਂ ਹਰ ਮਨ ਵਸੈ। ਪਰ ਸੰਤ ਮੰਡਲ ਕਿਹਨੂੰ ਕਿਹਾ ਗਿਆ ਹੈ? ਸਤਿਗੁਰੂ ਨੇ ਇੱਕ ਸ਼ਬਦ ਕਾਮਨ ਤੌਰ ਤੇ ਸਾਂਝੇ ਰੂਪ ਵਿੱਚ ਸਾਡੇ ਸਾਰਿਆਂ ਲਈ ਵਰਤਿਆ, ਸਤ ਸੰਗਿਓ, ਸੰਤੋ। ਇਹ ਸ਼ਬਦ ਜਾਂ ਸਾਧੋ, ਗੁਰੂ ਤੇਗ ਬਹਾਦਰ ਸਾਹਿਬ ਸਾਧੋ ਸ਼ਬਦ ਬਹੁਤ ਵਰਤਦੇ ਹਨ। ਸਾਧੋ ਮਨ ਕਾ ਮਾਨ ਤਿਆਗੋ, ਸਾਧੋ ਏ ਜਗ ਭਰਮ ਭੁਲਾਨਾ, ਸਾਧੋ ਏ ਮਨ ਗਇਓ ਨਾ ਜਾਈ, ਸਾਧੋ ਰਾਮ ਸ਼ਰਮ ਬਿਸਰਾਮਾ। ਇਹ ਸਾਰੇ ਸ਼ਬਦ ਸਾਧੋ ਸ਼ਬਦ ਦੀ ਵਰਤੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਬਹੁਤ ਵਾਰ ਕੀਤੀ ਹੈ। ਗੁਰੂ ਅਮਰਦਾਸ ਮਹਾਰਾਜ ਦੀ ਆਪਾਂ ਬਾਣੀ ਪੜ੍ਹੀ, ਆਵੋ ਸੰਤ ਪਿਆਰਿਓ, ਕਹੇ ਨਾਨਕ ਸੁਣੋ ਸੰਤੋ। ਇਹ ਸ਼ਬਦ ਜਿਹੜਾ ਹੈ ਇਹ ਕਾਮਨ ਢੰਗ ਨਾਲ ਸਤ ਸੰਗੀਆਂ ਲਈ ਵਰਤਿਆ ਵੀ ਆਪਾਂ ਇਸ ਜਗ੍ਹਾ ਦੇ ਉੱਤੇ ਆਏ ਹਾਂ, ਇੱਥੇ ਬੈਠਣ ਦਾ ਮਕਸਦ ਕਿਸੇ ਨੂੰ ਚੋਰ ਬਣਾਉਣਾ ਨਹੀਂ, ਕੋਈ ਬੇਈਮਾਨ ਬਣਾਉਣਾ ਨਹੀਂ, ਕੋਈ ਕਾਤਲ, ਠੱਗ, ਚੋਰ, ਲਟੇਰੇ ਬਣਾਉਣਾ ਨਹੀਂ। ਇੱਥੇ ਗੁਰੂ ਦੀ ਸੋਭਤ ਵਿੱਚ ਬੈਠਣ ਦਾ ਇੱਕੋ ਹੀ ਮਕਸਦ ਹੈ, ਸਤ ਸੰਗੀ ਬਣਨਾ, ਸੰਤ ਜੀਵਨ ਵੱਲ ਧਿਆਨ ਕਰਕੇ ਉਹ ਗੁਣ ਆਪਣੇ ਜੀਵਨ ਵਿੱਚ ਸੰਤਤਾਈ ਦੇ ਪੈਦਾ ਕਰਨੇ। ਇਸ ਵਾਸਤੇ ਗੁਰੂ ਪਾਤਸ਼ਾਹ ਸਾਨੂੰ ਉਸੇ ਸ਼ਬਦ ਨਾਲ ਸੰਬੋਧਨ ਕਰਨਗੇ ਬਾਣੀ ਵਿੱਚ, ਜਿਹੜੇ ਜਿਸ ਪਰਪਸ ਲਈ, ਜਿਸ ਮਕਸਦ ਲਈ ਅਸੀਂ ਸਾਰੇ ਇਕੱਠੇ ਹੋਏ ਹਾਂ। ਅਸੀਂ ਇੱਥੇ ਚੋਰ ਬਣ ਨਹੀਂ ਆਏ, ਸਾਧ ਬਣਨ ਆਏ ਹਾਂ। ਇਸ ਵਾਸਤੇ ਗੁਰੂ ਪਾਤਸ਼ਾਹ ਸਾਨੂੰ ਸੰਬੋਧਨ ਵੀ ਉਸੇ ਢੰਗ ਦੇ ਨਾਲ ਹੀ ਕਰਦੇ ਹਨ, ਤਾਂ ਕਿ ਸਾਡੀ ਸੁਰਤ ਵਿੱਚ ਇਹ ਗੱਲ ਟਿਕ ਜਾਏ ਵੀ ਸਤ ਸੰਗਤ ਵਿੱਚ ਬੈਠ ਕੇ ਜਿਹੜੇ ਅਸੀਂ ਗੁਰੂ ਦੇ ਗੁਣ ਸਿੱਖ ਰਹੇ ਹਾਂ, ਇਹਨਾਂ ਦਾ ਮਕਸਦ ਕੀ ਹੈ। ਗੁਰੂ ਸਾਨੂੰ ਬਣਾਉਂਦਾ ਹੀ ਸੰਤ ਹੈ। ਗੁਰੂ ਨੇ ਸਾਡੇ ਅੰਦਰ ਉਹ ਸੰਤਤਾਈ ਵਾਲੇ ਗੁਣ ਪੈਦਾ ਕਰਨੇ ਹਨ, ਉੱਤਮ ਪੁਰਖਾਂ ਵਾਲੇ ਗੁਣ ਪੈਦਾ ਕਰਨੇ ਹਨ, ਨੇਕ ਪੁਰਖਾਂ ਵਾਲੇ, ਭਗਤਾਂ ਵਾਲੇ ਗੁਣ ਪੈਦਾ ਕਰਨੇ ਹਨ। ਸਾਨੂੰ ਸਚਿਆਰਾ ਬਣਾਉਣਾ ਹੈ ਤਾਂ ਕਿ ਅਸੀਂ ਇਸ ਯੋਗ ਹੋਈਏ ਕਿ ਸਾਡੇ ਜੀਵਨ ਅੰਦਰ ਉਸ ਪੂਰਨ ਸੱਚ ਦਾ ਪ੍ਰਕਾਸ਼ ਹੋ ਜਾਏ। ਕਿਵੇਂ ਸਚਿਆਰਾ ਹੋਈਏ, ਕਿਵੇਂ ਕੂੜੇ ਟੁੱਟੇ ਪਾੜ। ਤੋ ਇਹ ਮਕਸਦ ਹੈ ਗੁਰੂ ਦਾ। ਇਸ ਵਾਸਤੇ ਸਾਨੂੰ ਸੰਬੋਧਨ ਇਹ ਸੁਚੇਤ ਕਰਨ ਵਾਸਤੇ, ਸਾਡਾ ਧਿਆਨ ਉਸ ਮਕਸਦ ਉੱਤੇ ਟਿਕਾਈ ਰੱਖਣ ਵਾਸਤੇ ਸਾਧੋ ਸੰਤੋ ਇਹ ਸ਼ਬਦ ਸਾਡੇ ਨਾਲ ਸਾਂਝੇ ਕਰਨਗੇ। ਨਹੀਂ ਤਾਂ ਤੁਸੀਂ ਸੋਚੋ ਵੀ ਜਿਹੜਾ ਹੋਵੇ ਸਾਧ,
ਉਹਨੂੰ ਵੀ ਕਹਿਣ ਦੀ ਲੋੜ ਪਵੇ ਵੀ ਤੂੰ ਆਪਣੇ ਅੰਦਰ ਦਾ ਹੰਕਾਰ ਛੱਡ, ਮਾਣ ਛੱਡ। ਪਰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਸਾਧੋ ਮਨ ਕਾ ਮਾਨ ਤਿਆਗੋ, ਵੀ ਹੇ ਸਾਧੋ ਆਪਣੇ ਮਨ ਦਾ ਮਾਣ ਛੱਡ ਦਿਓ। ਇਹਦਾ ਮਤਲਬ ਜਿਹੜਾ ਮਾਨ ਅਭਿਮਾਨ ਮੰਦੇ ਸੋ ਸੇਵਕ ਨਹੀਂ, ਜਿਹੜਾ ਮਾਨ ਵਿੱਚ ਜੀ ਰਿਹਾ ਹੈ, ਅਭਿਮਾਨ ਵਿੱਚ ਜੀ ਰਿਹਾ, ਉਹ ਤਾਂ ਰੱਬ ਦਾ ਪਿਆਰਾ ਸੇਵਕ ਸਾਧੂ ਹੋ ਹੀ ਨਹੀਂ ਸਕਦਾ। ਇਹ ਤਾਂ ਪਹਿਲੀ ਨਿਸ਼ਾਨੀ ਗੁਰੂ ਸਾਹਿਬ ਨੇ ਕਹਿ ਦਿੱਤੀ। ਤਾਂ ਭਾਵ ਸਮਝਣਾ ਹੈ ਇੱਥੇ ਸਾਧੂ ਸ਼ਬਦ ਸਤ ਸੰਗੀਆਂ ਲਈ ਆ, ਕਿਉਂਕਿ ਘਾੜਤ ਸਤ ਸੰਗਤ ਵਿੱਚ ਬਹਿ ਕੇ ਸਾਡੀ ਘੜੀ ਜਾ ਰਹੀ ਹੈ। ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਵੀ ਹੇ ਭਾਈ, ਹੇ ਸਤ ਸੰਗੀਓ, ਮਨ ਦਾ ਮਾਣ ਛੱਡੋ। ਉਪਦੇਸ਼ ਦੇ ਰਹੇ ਨੇ ਨਾ ਸਾਨੂੰ। ਸੋ ਇਸ ਢੰਗ ਨਾਲ ਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਸੰਤ ਮੰਡਲ ਤਾਹਾਂ ਕਾ ਨਾਮ, ਵੀ ਸੰਤ ਮੰਡਲ ਉਸ ਚੀਜ਼ ਦਾ, ਉਸ ਜਗ੍ਹਾ ਦਾ, ਉਸ ਇਕੱਠ ਦਾ ਨਾਂ ਹੈ। ਕਿਸ ਇਕੱਠ ਦਾ ਨਾਂ? ਮਹਾਰਾਜ ਕਹਿੰਦੇ ਨੇ ਪਾਰ ਬ੍ਰਹਮ ਕੇਵਲ ਗੁਣ ਗਾਓ। ਜਿੱਥੇ ਕੇਵਲ ਤੇ ਕੇਵਲ ਉਸ ਪਾਰ ਬ੍ਰਹਮ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਕੇਵਲ ਉਹਦੇ ਗੁਣ ਕਥੇ ਜਾ ਰਹੇ ਹਨ, ਉਸ ਨੂੰ ਆਖਿਆ ਹੈ ਸੰਤ ਮੰਡਲ। ਗੌਰ ਕਰਨਾ, ਉਸ ਨੂੰ ਸੰਤ ਮੰਡਲ ਆਖਿਆ। ਸੰਤ ਮੰਡਲ ਤਾਹਾਂ ਕਾ ਨਾਉ ਪਾਰ ਬ੍ਰਹਮ ਕੇਵਲ ਗੁਣ ਗਾਓ। ਇਹ ਭੈਰੋ ਰਾਗ ਦਾ ਧੰਨ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ। ਇੱਥੇ ਵੀ ਸ਼ਬਦ ਮਹਾਰਾਜ ਨੇ ਸੰਤ ਮੰਡਲ ਗੁਰੂ ਅਰਜਨ ਸਾਹਿਬ ਨਹੀਂ ਵਰਤਿਆ, ਉੱਥੇ ਸਾਰਾ ਸ਼ਬਦ ਵਿੱਚ ਹੀ ਸਤਿਗੁਰਾਂ ਨੇ ਸੰਤ ਮੰਡਲ ਬਹੁਤ ਵਾਰ ਸ਼ਬਦ ਵਰਤੇ। ਤੇ ਰਹਾਉ ਦੇ ਬੰਦ ਵਿੱਚ ਕਹਿ ਦਿੱਤਾ ਸੰਤ ਮੰਡਲ ਤਾਹਾਂ ਕਾ ਨਾਉ ਪਾਰ ਬ੍ਰਹਮ ਕੇਵਲ ਗੁਣ ਗਾਓ। ਜਿੱਥੇ ਕੇਵਲ ਰੱਬੀ ਗੁਣਾ ਨੂੰ ਆਪਣੇ ਮਨ ਵਿੱਚ ਵਸਾਉਣ, ਕੇਵਲ ਉਹਦੇ ਨਾਮ, ਉਹਦੀ ਇਬਾਦਤ ਨਾਲ ਜੁੜਨ ਦੀ ਗੱਲ, ਜੋ ਸਤਿਗੁਰਾਂ ਨੇ ਬਾਣੀ 'ਚ ਦੱਸਿਆ ਨਾ, ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ। ਸਤ ਸੰਗਤ ਦਾ ਮਤਲਬ ਇਹ ਨਹੀਂ ਵੀ ਇਕੱਠ ਹੋ ਗਿਆ ਤੇ ਉਹ ਆਪਣਾ ਮਨੋਰੰਜਨ ਕਰ ਰਹੇ ਨੇ, ਆਪਾਂ ਕਹਿ ਦਈਏ ਜੀ ਸਤ ਸੰਗਤ ਹੋਏ ਨਾ। ਮਕਸਦ ਹੈ ਸਤ ਸੰਗਤ ਦੀ ਡੈਫੀਨੇਸ਼ਨ ਤੇ ਪਰਿਭਾਸ਼ਾ ਕੀ ਹੈ, ਸਤ ਸੰਗਤ ਕਿਹਨੂੰ ਕਿਹਾ ਜਾ ਸਕਦਾ ਹੈ। ਗੁਰੂ ਮਹਾਰਾਜ ਨੇ ਉਸ ਦਾ ਜ਼ਿਕਰ ਕਰਦਿਆਂ ਕਿਹਾ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਕਿ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ। ਕਿੰਨੀਆਂ ਚੀਜ਼ਾਂ ਜੁੜ ਗਈਆਂ। ਗੁਰੂ ਸਾਨੂੰ ਹੁਕਮ ਦੀ ਸੋਝੀ ਦਿੰਦਾ ਹੈ। ਹੁਕਮ ਦੀ ਸੋਝੀ ਪ੍ਰਾਪਤ ਕਰਨਾ, ਗੁਰੂ ਦੇ ਉਪਦੇਸ਼ ਦੇ ਮੁਤਾਬਕ ਜੀਵਨ ਦੀ ਘਾੜਤ ਕੱਢਣਾ ਨਾਮ ਦੀ ਪ੍ਰਾਪਤੀ ਹੈ। ਸਾਰੀਆਂ ਗੱਲਾਂ ਸਪਸ਼ਟ ਹੋ ਗਈਆਂ ਕਿ ਸਤ ਸੰਗਤ ਉਹ ਹੈ ਜਿੱਥੇ ਨਾਮ ਦ੍ਰਿੜ ਕੀਤਾ ਜਾ ਰਿਹਾ। ਨਾਮ ਕੀ ਹੈ? ਅਕਾਲ ਪੁਰਖ ਦੇ ਹੁਕਮ ਮੁਤਾਬਕ ਆਪਣੇ ਜੀਵਨ ਨੂੰ ਢਾਲ ਲੈਣਾ। ਉਹ ਕਿਵੇਂ ਢਲੇਗਾ? ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਾਰੀਆਂ ਗੱਲਾਂ ਸਤਿਗੁਰਾਂ ਨੇ 3 ਪੰਕਤੀਆਂ ਵਿੱਚ ਸਪਸ਼ਟ ਕਰ ਦਿੱਤੀਆਂ। ਜਾਨੀ ਕਿ ਸਤ ਸੰਗਤ ਉਹ ਹੈ ਜਿੱਥੇ ਗੁਰਮਤ ਦਾ ਫਲਸਫਾ, ਹਰ ਇੱਕ ਚੀਜ਼ ਦੇ ਅਰਥ ਜਿਹੜੇ ਨੇ ਉਸ ਨੂੰ ਬਿਆਨ ਕਰਨ ਵਾਲਾ ਆਪਣੇ ਹਿਸਾਬ ਨਾਲ ਹੀ ਕਹਿੰਦਾ ਹੈ। ਤੇ ਗੁਰਮਤ ਨੇ ਸਤ ਸੰਗਤ ਦਾ ਕਨਸੈਪਟ ਦਿੱਤਾ ਹੈ। ਤੇ ਸਤ ਸੰਗਤ ਵਿੱਚ ਕੀ ਹੋਣਾ ਹੈ? ਸਾਧ ਸੰਗਤ ਹੋਣੀ ਹੈ, ਗੁਰੂ ਦੀ ਨੇੜਤਾ, ਗੁਰੂ ਦਾ ਅਕੀਦਾ, ਗੁਰੂ ਦਾ ਉਪਦੇਸ਼, ਗੁਰਮਤ ਦੀ ਵਿਚਾਰ, ਗੁਰਮਤ ਦੀ ਵਿਚਾਰ ਨੂੰ ਆਪਣੇ ਜੀਵਨ ਵਿੱਚ ਵਸਾਉਣ ਦੀ, ਸਮਝਣ ਦੀ, ਢਾਲਣ ਦੀ ਕੋਸ਼ਿਸ਼ ਕਰਨਾ ਜੀਵਨ ਨੂੰ ਉਸ ਮੁਤਾਬਕ। ਜਦੋਂ ਸਾਡਾ ਜੀਵਨ ਗੁਰਮਤ ਮੁਤਾਬਕ ਬਣਦਿਆਂ ਗੁਰਮਤ ਅਨੁਸਾਰੀ ਹੋ ਜਾਂਦਾ ਹੈ, ਅਸੀਂ ਅਕਾਲ ਪੁਰਖ ਦੇ ਹੁਕਮ ਮੁਤਾਬਕ ਜੀਣਾ ਸ਼ੁਰੂ ਕਰ ਦਿੰਦੇ ਹਾਂ। ਰੱਬੀ ਗੁਣਾ ਵਾਲਾ ਜੀਵਨ ਬਣ ਜਾਂਦਾ ਹੈ, ਤਾਂ ਰੱਬੀ ਨਾਮ ਦਾ ਵਾਸ ਸਾਡੇ ਹਿਰਦੇ ਵਿੱਚ ਹੋ ਜਾਂਦਾ ਹੈ। ਇਹ ਬਾਣੀ ਜੋ ਜੀਉ ਜਾਣੈ ਤੇ ਸੰਤਰ ਰਵੈ ਹਰ ਨਾਮ। ਤੋ ਇਸ ਤਰ੍ਹਾਂ ਤਿੰਨੇ ਚੀਜ਼ਾਂ ਆਪਸ ਵਿੱਚ, ਨਾਮ, ਹੁਕਮ ਤੇ ਗੁਰੂ, ਜੁੜੇ ਹੋਏ ਨੇ। ਇਹ ਅਲੱਗ-ਅਲੱਗ ਨਹੀਂ ਹਨ, ਪਰ ਇਹ ਦਿਸਦੇ ਅਲੱਗ-ਅਲੱਗ ਹੁੰਦੇ, ਇਹ ਇਕੱਠੇ ਨੇ। ਔਰ ਇਹ ਮਕਸਦ ਕਿੱਥੇ ਪੂਰਾ ਹੋਏਗਾ? ਗੁਰੂ ਪਾਤਸ਼ਾਹ ਦੇ ਉਪਦੇਸ਼ ਤੇ ਗੁਰਮਤ ਦੇ ਫਲਸਫੇ ਨੂੰ ਆਪਣੇ ਜੀਵਨ ਵਿੱਚ ਸਮਝ ਕੇ ਜੀਣ ਦੇ ਨਾਲ। ਇਸ ਦੀਆਂ ਬੜੀਆਂ ਗੁਰੂ ਪਾਤਸ਼ਾਹ ਨੇ ਬਾਣੀ ਦੇ ਅੰਦਰ ਹੋਰ ਪ੍ਰਮਾਣ ਦਿੱਤੇ ਹਨ। ਤੋ ਇਸੇ ਤਰ੍ਹਾਂ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸੰਤ ਮੰਡਲੀ ਕੇਵਲ ਉਹ ਨਹੀਂ ਜਿੱਥੇ ਲੋਕ ਬੈਠ ਜਾਣ ਤੇ ਆਪਣਾ ਮਨੋਰੰਜਨ ਕਰਦੇ ਰਹਿਣ, ਜਾਂ ਕੇਵਲ ਰਸਮਾਂ ਰੀਤਾਂ 'ਚ ਹੀ ਕਰਨਾ। ਸਾਨੂੰ ਨਾ ਇੱਕ ਮਰਿਆਦਾ ਦੇ ਰੂਪ ਵਿੱਚ ਨਿਯਮਾਵਲੀ ਦਿੱਤੀ ਗਈ ਵੀ ਮੰਨ ਲਓ ਅਸੀਂ ਖੁਸ਼ੀ ਵਿੱਚ ਜੇ ਕੋਈ ਕਰਮ ਕਰਨਾ ਹੋਵੇ ਤੇ ਉਹ ਕਿਵੇਂ ਹੋਣਾ ਚਾਹੀਦਾ। ਤਾਂ ਸਾਨੂੰ ਦੱਸਿਆ ਗਿਆ ਵੀ ਅਸੀਂ, ਸਾਡਾ ਜੋ ਕਲਚਰ ਹੈ, ਸਾਡੇ ਕਲਚਰ ਦੇ ਮੁਤਾਬਕ ਕਿ ਅਸੀਂ ਬਾਣੀ ਦਾ ਕੀਰਤਨ, ਕਥਾ, ਵਿਚਾਰ, ਪਾਠ, ਸਤ ਸੰਗਤ ਕਰੀਏ,
ਸ਼ੁਕਰਾਨਾ ਕਰੀਏ। ਇਹ ਆਪਣੇ ਅੰਦਰ ਦੀ ਖੁਸ਼ੀ ਦਾ ਪ੍ਰਗਟਾਵਾ ਕਰਨ ਦਾ ਇੱਕ ਗੁਰਮਤ ਦੇ ਮੁਤਾਬਕ ਤਰੀਕਾ ਹੈ। ਦੁੱਖ ਹੋਵੇ ਤਾਂ ਉਸ ਵੇਲੇ ਕੀ ਕਰੀਏ? ਉਦੋਂ ਵੀ ਅਸੀਂ ਸਤਿਗੁਰੂ ਦੀ ਬਾਣੀ ਦਾ ਪਾਠ, ਕਥਾ, ਕੀਰਤਨ, ਬਾਣੀ ਦੀ ਵਿਚਾਰ, ਸਤ ਸੰਗਤ, ਸੇਵਾ, ਯਾਨੀ ਕਿ ਅਸੀਂ ਇਹ ਸਾਡੇ ਕਲਚਰ ਦੀਆਂ ਗੱਲਾਂ ਹਨ। ਕਲਚਰ ਇਸ ਕਰਕੇ ਡਿਵੈਲਪ ਕੀਤਾ ਗਿਆ ਸਾਡੇ ਬਜ਼ੁਰਗਾਂ ਵੱਲੋਂ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਗੁਰਮਤ ਦੇ ਨੇੜੇ ਰਹਿ ਕੇ ਆਪਣਾ ਜੀਵਨ ਜੀਵੀਏ। ਹੁਣ ਅਸੀਂ ਇਹ ਸਾਰੇ ਕਰਮ ਕਰਦੇ ਵੀ ਹਾਂ। ਗਮ ਵੇਲੇ, ਦੁੱਖ ਵੇਲੇ ਵੀ ਅਸੀਂ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਜੁੜ ਕੇ ਬੈਠਦੇ ਹਾਂ, ਬਾਣੀ ਪੜ੍ਹਦੇ, ਸੁਣਦੇ, ਵਿਚਾਰਦੇ, ਕਥਦੇ ਹਾਂ, ਸੇਵਾ ਕਰਦੇ ਹਾਂ, ਸਤ ਸੰਗਤ ਵਿੱਚ ਬੈਠਦੇ ਹਾਂ। ਜਦੋਂ ਕਿਧਰੇ ਖੁਸ਼ੀ ਦਾ ਵਕਤ ਹੁੰਦਾ ਹੈ ਉਦੋਂ ਵੀ ਅਸੀਂ ਕਿਸੇ ਨਾ ਕਿਸੇ ਆਨੇ ਬਹਾਨੇ ਅਸੀਂ ਇੱਥੇ ਆ ਕੇ ਜੁੜ ਕੇ ਬੈਠਦੇ ਹਾਂ, ਗੁਰੂ ਦੀ ਬਾਣੀ ਨਾਲ ਸਾਂਝ ਬਣਾਉਂਦੇ ਹਾਂ। ਇਹ ਸਾਡਾ ਇੱਕ ਕਲਚਰ ਹੈ, ਸਾਡੀ ਮਰਿਆਦਾ ਹੈ, ਤਾਂ ਕਿ ਅਸੀਂ ਹਰ ਵੇਲੇ ਭਾਵੇਂ ਕਿਹੋ ਜਿਹਾ ਵੀ ਮਾਹੌਲ ਹੋਵੇ, ਕੈਸਾ ਵੀ ਦੁੱਖ ਸੁੱਖ ਹੋਵੇ, ਅਸੀਂ ਆਪਣੇ ਜੀਵਨ ਨੂੰ ਟਿਕਾ ਦੇਣ ਲਈ ਗੁਰਮਤਿ ਦੇ ਨੇੜੇ ਨੇੜੇ ਰਹਿ ਕੇ ਆਪਣੇ ਸਾਰੇ ਕਾਰਜ ਕਰਦੇ ਰਹੀਏ। ਇਹਦੇ ਨਾਲ ਸਾਡੀ ਗੁਰੂ ਸਾਹਿਬ ਜੀ ਦੇ ਵਿਚਾਰ ਨਾਲ, ਉਪਦੇਸ਼ ਨਾਲ, ਸੰਗਤ ਨਾਲ, ਸਿੱਖੀ ਦੇ ਮੁੱਢਲੇ ਅਸੂਲਾਂ ਨਾਲ ਨੇੜਤਾ ਬਣੀ ਰਹੇਗੀ। ਪਰ ਇਹ ਮਕਸਦ ਜਾਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਕਈ ਵਾਰ ਆਪਣੀ ਰਸਮ ਰਿਵਾਜ ਨਿਭਾਉਣ ਵਾਸਤੇ ਜਦੋਂ ਅਸੀਂ ਸਤ ਸੰਗਤ ਵਿੱਚ ਆਉਂਦੇ ਹਾਂ, ਉੱਥੇ ਵੀ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਮਹਿਜ ਅਸੀਂ ਰਸਮ ਨਹੀਂ ਨਿਭਾ ਰਹੇ। ਇਸ ਰਸਮ ਦੇ ਜ਼ਰੀਏ ਇਹ ਅਸੀਂ ਆਪਣੇ ਜੀਵਨ ਦੇ ਦੁੱਖ ਸੁੱਖ ਦੀਆਂ ਇਹ ਜਿਹੜੀਆਂ ਹਾਲਾਤ ਨੇ, ਸਾਡੇ ਹਾਲਤਾਂ ਨੇ, ਇਹਨਾਂ ਦੇ ਵਿੱਚ ਅਸੀਂ ਮੂਲ ਮਕਸਦ ਗੁਰਮਤਿ ਦੇ ਨੇੜੇ ਹੋਣਾ ਹੀ ਮਿਥਣਾ ਹੈ। ਪਰ ਹੁੰਦਾ ਕੀ, ਅਸੀਂ ਆਪਣੀ ਖੁਸ਼ੀ ਮਨਾ ਕੇ ਤੁਰ ਜਾਂਦੇ ਹਾਂ। ਸਾਨੂੰ ਸਮਝ ਤੇ ਆਉਂਦੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਬੈਠੇ ਆ, ਬਾਣੀ ਪੜ੍ਹੀ ਹੈ, ਬਾਣੀ ਦਾ ਕੀਰਤਨ ਹੋਇਆ, ਬਾਣੀ ਦੀ ਵਿਚਾਰ, ਜੋ ਵੀ ਸਤ ਸੰਗਤ ਵਿੱਚ ਅਸੀਂ ਬੈਠ ਕੇ ਜੋ ਨਿਯਮ ਹੈ ਉਸ ਨਾਲ ਸਾਡੀ ਸਾਂਝ ਨਹੀਂ ਬਣਦੀ, ਉੱਥੋਂ ਅਸੀਂ ਦੂਰ ਹੀ ਰਹਿੰਦੇ ਹਾਂ। ਉੱਥੇ ਵੀ ਸਾਡੇ ਸੰਸਾਰ ਦੀ ਰਸਮ ਰੀਤ ਇੰਨੀ ਭਾਰੂ ਹੋ ਜਾਂਦੀ ਹੈ ਵੀ ਗੁਰਮਤਿ ਜਿਹੜੀ ਉਹ ਇੱਕ ਪਾਸੇ ਖੂੰਜੇ ਵਿੱਚ ਲੱਗੀ ਰਹਿੰਦੀ ਹੈ। ਉਹ ਗੁਰਮਤਿ ਦਾ ਪੱਖ ਭਾਰੂ ਨਹੀਂ ਹੁੰਦਾ, ਰਸਮ ਦਾ ਪੱਖ ਭਾਰੂ ਹੋ ਜਾਂਦਾ। ਚਾਹੀਦਾ ਤਾਂ ਇਹ ਸੀ ਵੀ ਉਹ ਕਾਰਜ ਕਰਦਿਆਂ ਹੋਇਆਂ ਗੁਰਮਤਿ ਦਾ ਪੱਖ, ਮਹਾਰਾਜ ਦੀ ਹਜ਼ੂਰੀ 'ਚ ਬੈਠਿਆਂ ਤੋਂ ਹੀ ਭਾਰੂ ਹੁੰਦਾ। ਤੋ ਇੱਥੇ ਵੀ ਅਸੀਂ ਕੇਵਲ ਤੇ ਕੇਵਲ ਬਾਹਰ ਦੀਆਂ ਉਹ ਰਸਮੋ ਰਿਵਾਜ ਚੁੱਕ ਕੇ ਸਤ ਸੰਗਤ ਵਿੱਚ ਲਿਆਂਦੇ, ਔਰ ਸਤ ਸੰਗਤ ਦਾ ਜਿਹੜਾ ਆਪਣਾ ਅਕੀਦਾ ਸੀ ਉਹ ਸਾਡਾ ਡਾਵਾਂਡੋਲ ਹੋ ਗਿਆ, ਡਿਸਟਰਬ ਹੋ ਗਿਆ। ਇਸ ਗੱਲ ਤੋਂ ਸਾਨੂੰ ਸਾਰੇ ਹੀ ਸਿੱਖਾਂ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ। ਅਸੀਂ ਆਨੰਦ ਕਾਰਜ ਵਾਸਤੇ ਗੁਰੂ ਪਾਤਸ਼ਾਹ ਕੋਲ ਆਏ ਹਾਂ ਤਾਂ ਸਮਝੋ ਸਤ ਸੰਗਤ ਵਿੱਚ ਆਏ ਹਾਂ। ਅਸੀਂ ਆਪਣੀ ਰਸਮ ਵੀ ਨਿਭਾਉਣੀ ਹੈ, ਆਪਣੀ ਮਰਿਆਦਾ ਵੀ ਪੂਰੀ ਕਰਨੀ ਹੈ, ਤੇ ਅਸੀਂ ਸਤ ਸੰਗੀ ਬਣ ਕੇ ਬੈਠਣਾ ਹੈ। ਜੇ ਅਸੀਂ ਬੱਚੇ ਦੇ ਜਨਮ ਦਿਨ ਲਈ ਆਏ ਹਾਂ, ਉਹ ਤਾਂ ਬਾਕੀ ਸਾਰਾ ਕੁਝ ਅਰਦਾਸ ਬੇਨਤੀ ਜੋ ਵੀ ਅਸੀਂ ਕਰਦੇ ਹਾਂ, ਰਸਮੋ ਰਿਵਾਜ, ਪਰ ਉਹਦੇ ਨਾਲ ਨਾਲ ਅਸੀਂ ਸਤ ਸੰਗੀ ਬਣ ਕੇ ਗੁਰੂ ਪਾਤਸ਼ਾਹ ਦੇ ਹਜ਼ੂਰੋਂ ਕੁਝ ਸਿੱਖਣਾ ਹੈ, ਕੁਝ ਜਾਣਨਾ ਹੈ। ਇਹ ਸਾਡੇ ਢੰਗ ਹਨ, ਤਰੀਕੇ ਹਨ। ਪਰ ਹੁੰਦਾ ਕੀ, ਇਹ ਵਿਆਹ ਦੀਆਂ ਰਸਮਾਂ ਇੰਨੀਆਂ ਭਾਰੂ ਹੋ ਜਾਂਦੀਆਂ ਨੇ, ਗੁਰਮਤਿ ਦੀ ਸੁਰ ਬੜੀ ਦੱਬੀ ਰਹਿ ਜਾਂਦੀ ਹੈ, ਬੜੀ ਹੌਲੀ, ਉਹ ਵੀ ਕਿਸੇ ਨੂੰ ਸੁਣਾਈ ਨਹੀਂ ਦਿੰਦੀ। ਗੁਰਮਤਿ ਬਹੁਤ ਧੀਮੀ ਚਲੀ ਜਾਂਦੀ ਹੈ, ਉਹਦੀ ਆਵਾਜ਼ ਬਹੁਤ ਘੱਟ ਕਰ ਦਿੱਤੀ ਜਾਂਦੀ ਹੈ, ਕਿਉਂਕਿ ਵਕਤ ਨਹੀਂ, ਸਮਾਂ ਨਹੀਂ। ਫਿਰ ਜਿੰਨੇ ਕੁ ਆਏ ਨੇ ਖਿਮਾ ਕਰਨਾ, ਉਹਨਾਂ ਵਿੱਚ ਕੋਈ ਸਤ ਸੰਗਤ ਵਾਲੀ ਗੱਲ ਬਹੁਤੀ ਨਹੀਂ ਹੁੰਦੀ। ਵਿਖਾਵੇਬਾਜ਼ੀ ਦਾ ਜ਼ੋਰ ਹੈ, ਕੇਵਲ ਵਿਖਾਵੇਬਾਜ਼ੀ। ਬਸ ਇਵੇਂ ਲੱਗਦਾ ਵੀ ਮਜਬੂਰੀ ਸੀ ਇੱਥੇ ਆਉਣਾ, ਆਏ ਹਨ ਤਾਂ ਹੋਏ, ਰਸਮਾਂ ਤਾਂ ਨਿਭਾਉਣੀਆਂ ਹੀ ਪੈਣੀ, ਮਰਿਆਦਾ ਤਾਂ ਪੂਰੀ ਕਰਨੀ ਪਏਗੀ, ਕੀਤੀ ਜਾਂਦੀ ਹੈ ਬੜੀ ਮਜਬੂਰੀ ਵਿੱਚ। ਸਤਿਗੁਰਾਂ ਦੇ ਉਪਦੇਸ਼ ਦੀ ਉਸ ਜਗ੍ਹਾ ਦੇ ਉੱਤੇ ਖਿਮਾ ਕਰਨਾ, ਵੈਲਿਊ ਜਿਹੜੀ ਹੈ ਉਹ ਰਸਮਾਂ ਰਿਵਾਜਾਂ ਨਾਲੋਂ ਸਾਨੂੰ ਘੱਟ ਲੱਗਣ ਲੱਗ ਪੈਂਦੀ ਹੈ। ਵੀ ਗੁਰਮਤਿ ਦੀ ਜਿਹੜੀ, ਗੁਰੂ ਸਾਹਿਬ ਦੀ ਜਿਹੜੀ ਬਾਣੀ ਹੈ ਜਾਂ ਬਾਣੀ ਦਾ ਜੋ ਸੁਨੇਹਾ ਹੈ, ਉਹਦੀ ਤਾਂ ਗੱਲ ਹੀ ਨਹੀਂ ਹੋਈ। ਜਿਸ ਵਾਸਤੇ ਆਏ ਆ, ਜਿੱਥੇ ਆਏ ਆ, ਉੱਥੇ ਵੀ ਰਸਮ ਰਿਵਾਜ ਗੁਰਮਤਿ ਉੱਤੇ ਹਾਵੀ ਹੋ ਗਿਆ। ਇਹ ਤੋਂ ਹੀ ਸਾਡੀਆਂ ਰਸਮਾਂ ਰੀਤਾਂ ਜਿਹੜੀਆਂ ਹਨ ਗੁਰਮਤਿ ਨਾਲੋਂ ਵੱਖਰੀਆਂ ਤੁਰਨੀਆਂ ਸ਼ੁਰੂ ਹੋ ਗਈਆਂ। ਔਰ ਬਾਣੀ ਪੜ੍ਹਨਾ, ਬਾਣੀ ਸੁਣਨਾ, ਬਾਣੀ ਨੂੰ ਵਿਚਾਰਨਾ, ਗੁਰੂ ਪਾਤਸ਼ਾਹ ਕੋਲ ਬੈਠਣਾ, ਇਹ ਸਤ ਸੰਗੀ ਹੋਣ ਦੀ ਬਜਾਏ ਕਰਮਕਾਂਡੀ ਵਧੇਰੇ ਹੋ ਗਿਆ। ਇਸ ਵਾਸਤੇ ਸਾਨੂੰ ਇਹਨਾਂ ਗੱਲਾਂ ਵੱਲ ਥੋੜਾ ਜਿਹਾ ਸੁਚੇਤ ਹੋ ਕੇ ਧਿਆਨ ਦੇਣ ਦੀ ਲੋੜ ਹੈ ਕਿ ਗੁਰੂ ਕੋਲ ਬਹਿਣਾ ਸਾਡਾ ਕਿਤੇ ਕਰਮਕਾਂਡ ਨਾ ਬਣੇ। ਬਾਣੀ ਦਾ ਕੀਰਤਨ ਕਰਵਾਉਣਾ, ਕਰਨਾ, ਕਥਾ ਕਰਨੀ, ਕਰਵਾਉਣੀ, ਪਾਠ ਕਰਵਾਉਣਾ ਤੇ ਕਰਨਾ, ਇਹ ਸਾਡਾ ਗੁਰੂ ਦੀ ਨੇੜਤਾ ਦਾ ਸਾਧਨ ਬਣੇ, ਕਰਮਕਾਂਡ ਨਾ ਬਣ ਜਾਏ।
ਜੇ ਕਰਮਕਾਂਡ ਬਣ ਗਏ ਇਹਦੇ ਵਿੱਚੋਂ ਸਾਨੂੰ ਕੋਈ ਲਾਹਾ ਨਹੀਂ ਹੋਏਗਾ, ਕੋਈ ਪ੍ਰਾਪਤੀ ਨਹੀਂ ਹੋ ਸਕੇਗੀ। ਇਸੇ ਕਰਕੇ ਹੀ ਗੁਰੂ ਮਹਾਰਾਜ ਨੇ ਸਾਨੂੰ ਬਾਰ-ਬਾਰ ਬਾਣੀ ਦੇ ਅੰਦਰ ਸੁਚੇਤ ਕਰਦਿਆਂ ਹੋਇਆਂ ਸਤ ਸੰਗਤ ਦੀ ਮਹੱਤਤਾ ਨੂੰ ਦ੍ਰਿੜ ਕਰਵਾਇਆ ਹੈ। ਜਦੋਂ ਅਸੀਂ ਬਾਣੀ ਦੀ ਪੋਥੀ ਖੋਲ ਕੇ ਬਾਣੀ ਦਾ ਪਾਠ ਆਪ ਆਰੰਭ ਕਰਦੇ ਹਾਂ, ਘਰ ਵਿੱਚ ਬੈਠੋ, ਕਿਤੇ ਵੀ ਬੈਠੋ, ਬਾਣੀ ਦਾ ਪਾਠ ਕਰਦੇ ਹੋ, ਤਾਂ ਇਹ ਜਾਣੋ ਵੀ ਉਸ ਵੇਲੇ ਤੁਸੀਂ ਗੁਰੂ ਦੇ ਹਜ਼ੂਰ ਬੈਠ ਕੇ ਗੁਰੂ ਕੋਲੋਂ ਕੁਝ ਸਿੱਖ ਰਹੇ ਹੋ। ਗੁਰੂ ਦਾ ਕੋਈ ਸੁਨੇਹਾ ਤੁਹਾਨੂੰ ਮਿਲ ਰਿਹਾ ਹੈ, ਉਸ ਬਾਣੀ ਦੇ ਰਾਹੀਂ ਤੁਸੀਂ ਉਸ ਸੁਨੇਹੇ ਨੂੰ, ਉਸ ਮੈਸੇਜ ਨੂੰ ਗ੍ਰਹਿਣ ਕਰੋ, ਕਬੂਲ ਕਰੋ ਕਿ ਗੁਰੂ ਮਹਾਰਾਜ ਇਸ ਵਿੱਚ ਕੀ ਕਹਿ ਰਹੇ ਹਨ। ਇਸੇ ਲਈ ਨਿਤਾ ਪ੍ਰਤੀ ਸਿੱਖ ਬਾਣੀ ਦਾ ਅਭਿਆਸ ਕਰੇ, ਬਾਣੀ ਨੂੰ ਪੜ੍ਹੇ, ਬਾਣੀ ਨੂੰ ਜਾਣੇ। ਇਹ ਢੰਗ, ਇਹ ਮਰਿਆਦਾ ਸਾਡੇ ਬਜ਼ੁਰਗਾਂ ਨੇ ਨੀਅਤ ਕੀਤੀ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਅਸੀਂ ਰੋਜ਼ ਬਾਣੀ ਦੀ ਨੇੜਤਾ ਦਾ ਆਨੰਦ ਲੈਂਦੇ ਰਹੀਏ। ਤੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਸ ਨੂੰ ਸੰਤ ਮੰਡਲ ਕਹਿੰਦੇ ਹਨ? ਜਿੱਥੇ ਕੇਵਲ ਰੱਬੀ ਗੁਣਾਂ ਦੀ ਗੱਲ ਹੈ। ਜੀਵਨ ਨੂੰ ਅਕਾਲ ਪੁਰਖ ਦੇ ਗੁਣਾਂ ਤੇ ਹੁਕਮ ਮੁਤਾਬਕ ਚਲਾਉਣ ਦੀ ਜਿਸ ਜਗ੍ਹਾ ਤੇ ਘਾੜਤ ਘੜੀ ਜਾ ਰਹੀ ਹੈ, ਇਸ ਦੀ ਵਿਆਖਿਆ ਕਰਦਿਆਂ ਮਹਾਰਾਜ ਬਾਣੀ 'ਚ ਕਹਿੰਦੇ ਨੇ, ਜਿਹੜੀ ਸਤ ਸੰਗਤ ਹੈ ਇਹ ਇੱਕ ਸਕੂਲ ਹੈ। ਸਕੂਲ ਹੈ ਚਟਸ਼ਾਲ। ਚਟਸ਼ਾਲ ਕਹਿੰਦੇ ਨੇ ਚਾਟੜਿਆਂ ਨੂੰ, ਨਿੱਕੇ ਬੱਚਿਆਂ ਨੂੰ ਜਿਸ ਜਗ੍ਹਾ ਤੇ ਪੜ੍ਹਨੇ ਪਾਇਆ ਜਾਂਦਾ ਹੈ। ਅੱਜ ਤਾਂ ਏਜ ਦੇ ਹਿਸਾਬ ਨਾਲ ਸਕੂਲ ਨੇ ਨਾ, ਕਿ ਕਿੰਨੀ ਏਜ ਤੱਕ ਬੱਚਾ ਕਿਹੜੇ ਸਕੂਲ ਵਿੱਚ ਜਾਏਗਾ, ਕਿਉਂਕਿ ਲੈਵਲ ਹੈ ਬੱਚੇ ਦੇ ਹਿਸਾਬ ਨਾਲ। ਉਸ ਜਗ੍ਹਾ ਦੇ ਉੱਤੇ ਉਹਨੂੰ ਕੁਝ ਮੁੱਢਲੀਆਂ ਗੱਲਾਂ ਸਿਖਾਉਣ ਲਈ, ਪੜ੍ਹਾਈ ਦੇ ਕੁਝ ਬੇਸ ਬੰਨਣ ਵਾਸਤੇ ਐਜੂਕੇਸ਼ਨ ਦੇ ਵੱਖਰੇ ਵੱਖਰੇ ਜਿਹੜੇ ਹਨ ਉਹ ਤਰੀਕੇ ਅੱਜ ਪੜ੍ਹੇ ਲਿਖੇ ਯੁੱਗ ਨੇ ਅਪਣਾਏ ਹਨ। ਪੁਰਾਣੇ ਸਮਿਆਂ ਵਿੱਚ ਵੀ ਇਸ ਤਰ੍ਹਾਂ ਹੁੰਦਾ ਸੀ। ਛੋਟੇ ਬੱਚਿਆਂ ਨੂੰ ਉਹਨਾਂ ਦੇ ਹਿਸਾਬ ਨਾਲ ਉਹਨਾਂ ਦੇ ਉਸਤਾਦ ਪੜ੍ਹਾਉਂਦੇ ਸਨ, ਔਰ ਜਿੱਥੇ ਉਹ ਪੜ੍ਹਨ ਵਾਸਤੇ ਜਾਂਦੇ, ਹੁਣ ਅਸੀਂ ਉਹਨਾਂ ਨੂੰ ਸਕੂਲ ਕਹਿੰਦੇ ਹਾਂ, ਹੋਰ ਕਈ ਨਾਮ ਆ ਗਏ। ਉਹਨਾਂ ਸਮਿਆਂ 'ਚ ਉਹਨਾਂ ਨੂੰ ਚਟਸ਼ਾਲ ਕਿਹਾ ਜਾਂਦਾ ਸੀ। ਚਾਟੜਾ ਬੱਚੇ ਨੂੰ ਕਹਿੰਦੇ ਨੇ, ਸਿਖਿਆਰਥੀ ਨੂੰ। ਸ਼ਾਲ ਘਰ ਨੂੰ ਕਹਿੰਦੇ ਨੇ। ਉਹ ਥਾਂ ਜਿਸ ਜਗ੍ਹਾ ਦੇ ਉੱਤੇ ਨਿੱਕੇ ਬੱਚੇ ਪੜ੍ਹਨ ਵਾਸਤੇ ਆਉਂਦੇ ਹਨ, ਵਿਦਿਆਰਥੀ ਸਿਖਿਆਰਥੀ ਬਣ ਕੇ ਆਉਂਦੇ ਹਨ। ਗੁਰੂ ਮਹਾਰਾਜ ਇਸ ਸਤ ਸੰਗਤ ਨੂੰ ਕਹਿੰਦੇ ਨੇ ਕਿ ਗੁਰੂ ਉਸਤਾਦ ਹੈ, ਗੁਰੂ ਅਧਿਆਪਕ ਹੈ, ਸਿਖਾਉਣ ਵਾਲਾ। ਅਸੀਂ ਜਿਤਨੇ ਵੀ ਹਾਂ ਇਸ ਜਗ੍ਹਾ ਦੇ ਉੱਤੇ ਆਏ ਹੋਏ, ਅਸੀਂ ਇਆਣੇ ਬਾਲ ਹਾਂ। ਸਾਨੂੰ ਨਹੀਂ ਪਤਾ ਗੁਰਮਤਿ ਕੀ ਹੈ, ਧਰਮ ਕੀ ਹੈ, ਰੱਬ ਕੀ ਹੈ, ਭਗਤੀ ਕੀ ਹੈ, ਸੇਵਾ ਕੀ ਹੈ, ਪਰਉਪਕਾਰ ਕੀ। ਅਸੀਂ ਇਹਨਾਂ ਸਭ ਗੱਲਾਂ ਤੋਂ ਅਣਜਾਣ ਹਾਂ। ਸਾਡੇ ਆਪਣੇ ਜੀਵਨ ਦੀ ਕਦਰ ਕੀਮਤ ਕੀ ਹੈ, ਅਸੀਂ ਇਸ ਗੱਲ ਤੋਂ ਅਣਜਾਣ ਹਾਂ। ਇਹ ਸਾਰਾ ਕੁਝ ਸਿੱਖਣ ਵਾਸਤੇ ਅਸੀਂ ਕਿਹਦੇ ਕੋਲ ਆਏ? ਗੁਰੂ ਉਸਤਾਦ ਕੋਲ। ਅਣਜਾਣੇ ਬਾਲ ਸਿਖਿਆਰਥੀ ਤੇ ਵਿਦਿਆਰਥੀ ਬਣ ਕੇ ਕੁਝ ਗ੍ਰਹਿਣ ਕਰਨ ਵਾਸਤੇ, ਕੁਝ ਗੁਰੂ ਪਾਤਸ਼ਾਹ ਕੋਲੋਂ ਸਿੱਖਣ ਲਈ। ਔਰ ਸਤ ਸੰਗਤ ਨੂੰ ਸਕੂਲ ਚਟਸ਼ਾਲ ਕਿਹਾ ਹੈ। ਸਤ ਸੰਗਤ ਸਤਗੁਰ ਚਟਸ਼ਾਲ ਹੈ, ਜਿਤ ਹਰ ਗੁਣ ਸਿੱਖਾ। ਮਹਾਰਾਜ ਕਹਿੰਦੇ ਜਿੱਥੇ ਬੈਠ ਕੇ ਅਸੀਂ ਰੱਬ ਦੇ ਗੁਣ ਸਿੱਖਣੇ ਹਨ, ਜਿੱਥੇ ਬੈਠ ਕੇ, ਇਸ ਨੂੰ ਬਾਣੀ ਦੇ ਵਿੱਚ ਮਹਾਰਾਜ ਨੇ ਕਿਹਾ, ਗੁਰ ਮੇਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਵੀ ਗੁਰੂ ਨਾਲ ਮਿਲ, ਗੁਰੂ ਕੋਲ ਬੈਠ ਤੇ ਗੁਰੂ ਕੋਲੋਂ ਕੀ ਸਿੱਖਣਾ? ਤੂੰ ਚੱਜ ਆਚਾਰ, ਉੱਚੇ ਜੀਵਨ ਦਾ ਚੱਜ ਸਿੱਖਣਾ ਹੈ, ਸੁਧਰੇ ਹੋਏ ਜੀਵਨ ਦੇ ਗੁਣ ਸਿੱਖਣੇ ਹਨ। ਉਹ ਜੁਗਤ ਸਿੱਖਣੀ ਹੈ ਜਿਹਦੇ ਨਾਲ ਤੇਰਾ ਚੱਜ ਆਚਾਰ ਉੱਚਾ ਹੋ ਜਾਏ, ਕੋਈ ਚੱਜ ਨਿਕਲ ਜਾਏ ਤੇਰੇ ਜੀਵਨ ਵਿੱਚੋਂ, ਭੈੜਾ ਵਿਹਾਰ ਤੇਰਾ ਜੀਵਨ ਦਾ ਬਿਨਸ ਜਾਏ, ਤੇਰਾ ਜੀਵਨ ਕਿਰਦਾਰ ਉੱਚਾ ਹੋਵੇ। ਗੁਰੂ ਮਹਾਰਾਜ ਕਹਿੰਦੇ ਨੇ ਤੁਧ ਕਦੇ ਨਾ ਲੱਗੇ ਦੁੱਖ। ਜੇ ਤੂੰ ਇਹ ਚੱਜ ਆਚਾਰ ਗੁਰੂ ਨੂੰ ਮਿਲ ਕੇ ਗੁਰੂ ਕੋਲੋਂ ਸਿੱਖ ਲਿਆ, ਤਾਂ ਫਿਰ ਜੀਵਨ ਦੇ ਅੰਦਰ ਕਦੇ ਵੀ ਆਤਮਿਕ ਮਾਨਸਿਕ ਬਖੇੜੇ ਤੇਰੇ ਜੀਵਨ ਵਿੱਚ ਨਹੀਂ ਰਹਿਣਗੇ। ਇਹ ਦੂਰ ਹੋ ਜਾਣਗੇ, ਇਹ ਦੁੱਖਾਂ ਤੋਂ ਤੂੰ ਰਹਿਤ ਹੋ ਜਾਏਂਗਾ, ਮੁਕਤ ਹੋ ਜਾਏਂਗਾ। ਤੋ ਇਸ ਤਰ੍ਹਾਂ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਹੁਣ ਸੰਤ ਮੰਡਲ ਦੀ, ਸਤ ਸੰਗਤ ਦੀ ਵਿਆਖਿਆ ਦੇ ਵਿੱਚ ਕੁਝ ਪੰਕਤੀਆਂ ਵੀ ਉਚਾਰਨ ਕਰਦੇ ਹਨ ਇਸ ਸ਼ਬਦ ਦੀਆਂ, ਜਿੱਥੇ ਮਹਾਰਾਜ ਕਹਿੰਦੇ ਸੰਤ ਮੰਡਲ ਮੈਂ ਹਰ ਮਨ ਵਸੈ। ਸੰਤ ਦੀ ਭਾਵ ਸੰਤ ਸੰਗ, ਸਤ ਸੰਗਤ ਵਿੱਚ, ਇਸ ਸਭਾ ਵਿੱਚ ਹਰੀ ਅਕਾਲ ਪੁਰਖ ਦਾ ਮਨ ਵਿੱਚ ਵਾਸਾ ਹੁੰਦਾ। ਸੰਤ ਮੰਡਲ ਮੈਂ ਹੈ ਦੁਰਤ ਸਭ ਨਸੈ। ਸਾਡੇ ਅੰਦਰ ਦੇ ਦਰਿਦਰ ਜਿਹੜੇ ਹਨ, ਭੈੜੀ ਮੱਤ ਜਿਹੜੀ ਹੈ, ਉਹ ਸਾਡੀ ਬਿਨਸ ਜਾਂਦੀ ਹੈ। ਯਾਨੀ ਕਿ ਪ੍ਰਭਾਵ ਨੇ ਜਿਹੜੇ ਗੁਰੂ ਪਾਤਸ਼ਾਹ ਦੇ ਸੰਤ ਸੰਗਤ ਦੇ ਦੱਸ ਰਹੇ ਹਨ। ਸੰਤ ਮੰਡਲ ਮੈਂ ਨਿਰਮਲ ਰੀਤ, ਜੀਵਨ ਜਿਉਣ ਦਾ ਢੰਗ ਵਧੀਆ ਹੋ ਜਾਂਦਾ ਹੈ। ਬੇਈਮਾਨੀ ਛੁੱਟੀ, ਪਾਪ ਛੁੱਟਿਆ, ਗਿਆਨਤਾ ਛੁੱਟੀ, ਵਹਿਮ ਭਰਮ ਛੁੱਟੇ, ਜੀਵਨ ਜੁਗਤ ਨਿਰਮਲ ਰੀਤ ਹੋ ਗਈ।
ਸੰਤ ਸੰਗਤ ਹੋਏ ਏਕ ਪ੍ਰੀਤ। ਸੰਤ ਗੁਰੂ ਦੀ ਸੰਗਤ ਸੋਬਤ ਵਿੱਚ ਬੈਠ ਕੇ, ਸੰਤ ਸਭਾ ਵਿੱਚ ਬੈਠ ਕੇ ਸਾਡੀ ਇੱਕ ਅਕਾਲ ਪੁਰਖ ਦੇ ਨਾਲ ਪ੍ਰੀਤੀ ਬਣਦੀ ਹੈ, ਪਿਆਰ ਬਣਦਾ ਹੈ। ਸੰਤ ਮੰਡਲ ਮਹਿ ਜਨਮ ਮਰਨ ਨਾ ਰਹੇ। ਕਹਿੰਦੇ ਨੇ ਗੁਰੂ ਦੇ ਪਿਆਰਿਆਂ ਦੀ ਸੋਬਤ ਵਿੱਚ, ਸੰਗਤ ਵਿੱਚ ਬੈਠ ਕੇ ਪ੍ਰੈਕਟਿਸ ਕਰਦੇ ਆ ਗੁਰਮਤ ਦੀ, ਕੀ ਹੁੰਦਾ ਜਨਮ ਮਰਨ ਦਾ ਜਿਹੜਾ ਆਵਾਗਮਨ ਦਾ ਝੇੜਾ ਹੈ, ਭਾਵ ਆਤਮਕ ਮਾਨਸਿਕ ਭਟਕਣਾ ਹੈ, ਉਹ ਦੂਰ ਹੋ ਜਾਂਦੀ ਹੈ। ਸੰਤ ਮੰਡਲ ਮੈਂ ਜਮ ਕਿਛ ਨਾ ਕਹੇ। ਇੱਥੇ ਵਿਕਾਰ ਔਰ ਆਤਮਕ ਮੌਤ ਰੂਪੀ ਜਮ ਜਿਹੜੇ ਹਨ ਉਹ ਸਾਨੂੰ ਕੁਝ ਨਹੀਂ ਕਹਿੰਦੇ, ਭਾਵ ਇਥੋਂ ਉਹਨਾਂ ਦਾ ਡਰ ਚੁੱਕਿਆ ਜਾਂਦਾ ਹੈ, ਪ੍ਰਭਾਵ ਖਤਮ ਹੋ ਜਾਂਦਾ ਹੈ। ਸੰਤ ਸੰਗ ਹੋਏ ਨਿਰਮਲ ਬਾਣੀ, ਸੰਤ ਮੰਡਲ ਮਹਿ ਨਾਮ ਵਖਾਣੀ। ਇੱਥੇ ਸਾਡੀ ਬੋਲ ਬਾਣੀ ਉਜਲੀ ਹੋ ਜਾਂਦੀ ਹੈ, ਅਸੀਂ ਅਕਾਲ ਪੁਰਖ ਦੇ ਨਾਮ ਦੀ ਸੋਝੀ ਹਾਸਲ ਕਰਦੇ ਹਾਂ। ਯਾਨੀ ਕਿ ਜਿੰਨੇ ਵੀ ਬਚਨ ਹਨ ਇਹ ਸਾਰੇ ਸ਼ਬਦ ਵਿੱਚ, ਇਸ ਵਿੱਚ ਗੁਰੂ ਮਹਾਰਾਜ ਨੇ ਸਤ ਸੰਗਤ ਦੇ ਦੁਆਰਾ ਘੜੇ ਹੋਏ ਜੀਵਨ ਦੀ ਗੱਲ ਸਾਡੇ ਨਾਲ ਸਾਂਝੀ ਕਰਦੇ ਆ ਕਿ ਵੀ ਕੀ ਪ੍ਰਭਾਵ ਜੀਵਨ ਉੱਤੇ ਪੈਂਦੇ ਹਨ। ਔਰ ਇੱਕ ਬੇਨਤੀ ਕਰਦੇ ਆ, ਸਤ ਸੰਗਤ ਵਿੱਚ ਆਉਣਾ ਇਹ ਪਹਿਲੀ ਪੌੜੀ ਹੈ। ਇਹ ਵੀ ਬੜੇ ਭਾਗਾਂ ਦੀ ਗੱਲ ਹੈ, ਬੜੀ ਚੰਗੀ ਗੱਲ ਹੈ। ਗੁਰੂ ਦੀ ਸੋਬਤ ਸੰਗਤ ਵਿੱਚ ਬੈਠ ਕੇ ਬਾਣੀ ਨੂੰ ਸੁਣਨਾ, ਸਮਝਣਾ, ਵਿਚਾਰਨਾ, ਇਹ ਪਹਿਲਾ ਸਟੈਪ ਹੈ ਜਿਹੜਾ ਅਸੀਂ ਪੂਰਾ ਕੀਤਾ ਹੈ। ਪਰ ਇੱਥੇ ਬੈਠ ਕੇ ਅਸੀਂ ਕੀ ਕਰਨਾ ਹੈ? ਸਤ ਸੰਗੀ ਬਣਨਾ ਹੈ। ਸਤ ਸੰਗਤ ਵਿੱਚ ਆਏ ਹਾਂ ਤੇ ਸਤ ਸੰਗੀ ਬਣਨਾ ਹੈ। ਇਹ ਦੂਜਾ ਕਾਰਜ ਹੈ, ਇਹਦੇ ਉੱਤੇ ਜ਼ੋਰ ਲੱਗੇਗਾ। ਪਹਿਲਾ ਸਟੈਪ ਅਸੀਂ ਪਾਰ ਕਰ ਲਿਆ, ਆਲਸ ਛੱਡਿਆ, ਸਮਾਂ ਕੱਢਿਆ, ਉਦਮ ਕੀਤਾ, ਯਤਨ ਕੀਤਾ। ਅਸੀਂ ਵਕਤ ਕੱਢ ਕੇ ਗੁਰੂ ਪਾਤਸ਼ਾਹ ਦੀ ਇਸ ਸੰਗਤ ਵਿੱਚ ਬੈਠ ਕੇ ਬਾਣੀ ਨੂੰ ਸੁਣਦੇ ਹਾਂ, ਬਾਣੀ ਨੂੰ ਪੜ੍ਹਦੇ ਹਾਂ, ਬਾਣੀ ਨੂੰ ਵਿਚਾਰਦੇ ਹਾਂ, ਸੇਵਾ ਕਰਦੇ ਹਾਂ, ਗੁਰਮਤ ਦਾ ਅਭਿਆਸ ਕਰਦੇ ਹਾਂ। ਇਹ ਪਹਿਲਾ ਕਾਰਜ ਸੀ ਜਿਹੜਾ ਅਸੀਂ ਪੂਰਾ ਕੀਤਾ। ਇਸ ਤੋਂ ਅਗਲਾ ਸਟੈਪ ਸਾਡਾ ਕੀ ਹੈ? ਇਸ ਤੋਂ ਅਗਲਾ ਕਾਰਜ ਸਾਡਾ ਕੀ ਹੈ? ਵੀ ਇਸ ਗੁਰਮਤ ਨੂੰ ਹੁਣ ਅਸੀਂ ਸਿੱਖਦਿਆਂ ਹੋਇਆਂ ਸਤ ਸੰਗੀ ਬਣ ਜਾਣਾ ਹੈ, ਭਾਵ ਆਪਣੇ ਮਨ ਦੀ ਲਗਨ ਗੁਰਮਤ ਨਾਲ ਜੋੜ ਲੈਣੀ ਹੈ। ਜੇ ਲਗਨ ਨਾ ਹੋਈ ਤਾਂ ਪਹਿਲੇ ਸਟੈਪ ਉੱਤੇ ਆ ਕੇ ਅਸੀਂ ਖਲੋਤੇ ਰਹਿ ਜਾਵਾਂਗੇ। ਜਿਵੇਂ ਅਸੀਂ ਬੱਚੇ ਨੂੰ ਸਾਰਾ ਤਿਆਰ ਯੂਨੀਫਾਰਮ ਦੇ ਕੇ, ਸਾਰਾ ਉਸ ਦਾ ਕਰਕੇ ਉਸਨੂੰ ਸਕੂਲ ਭੇਜਦੇ ਹਾਂ, ਨਾਲ ਇਹ ਵੀ ਕਹਿੰਦੇ ਆ ਪੁੱਤ ਹੁਣ ਤੂੰ ਪੜ੍ਹਨਾ ਹੈ। ਜੇ ਭਲਾ ਬੱਚਾ ਵਿਦਿਆਰਥੀ ਬਣ ਕੇ ਸਕੂਲ ਵਿੱਚ ਤਾਂ ਚਲਿਆ ਗਿਆ, ਪਰ ਵਿਦਿਆ, ਗਿਆਨ, ਸਿੱਖਿਆ, ਐਜੂਕੇਸ਼ਨ ਨਹੀਂ ਲੈ ਰਿਹਾ, ਤਾਂ ਇਹਦਾ ਮਤਲਬ ਉਹਦੇ ਬਾਕੀ ਸਾਰੇ ਕਰਮ ਜਿਹੜੇ ਨੇ ਉਹ ਅਧਵਾਟੇ ਰਹਿ ਜਾਣਗੇ, ਅਧੂਰੇ ਰਹਿ ਜਾਣਗੇ। ਉਹਨੂੰ ਅਗਲਾ ਕੰਮ ਜ਼ਰੂਰ ਕਰਨਾ ਪਏਗਾ। ਉਹ ਕੀ ਹੈ? ਵੀ ਜਿਸ ਪਰਪਸ ਵਾਸਤੇ ਉਹਨੂੰ ਸਕੂਲ ਭੇਜਿਆ ਗਿਆ ਹੈ, ਸਾਰੀਆਂ ਉਹਦੀਆਂ ਰਿਕੁਆਇਰਮੈਂਟ ਪੂਰੀਆਂ ਕੀਤੀਆਂ ਗਈਆਂ ਨੇ। ਹੁਣ ਉਹ ਚੀਜ਼ ਕੀ ਹੈ? ਵੀ ਉਸਨੇ ਐਜੂਕੇਸ਼ਨ ਲੈਣੀ ਹੈ, ਉਹਨੇ ਸਿੱਖਣਾ ਹੈ, ਮਨ ਲਾ ਕੇ ਪੜ੍ਹਨਾ ਹੈ, ਤਾਂ ਕਿ ਉਹ ਸਟੈਪ ਬਾਈ ਸਟੈਪ ਅੱਗੇ ਵੱਧ ਸਕੇ। ਇਸ ਵਾਸਤੇ ਗੁਰੂ ਪਾਤਸ਼ਾਹ ਜੀ ਇਸ ਪਾਵਨ ਬਚਨ ਵਿੱਚ ਕਿਰਪਾ ਕਰਦੇ ਨੇ, ਸੰਤ ਮੰਡਲ ਹਰ ਜਸ ਕਥੈ। ਸਤ ਸੰਗਤ ਵਿੱਚ ਜਿਹੜੇ ਜੀਵ ਉਸ ਕਰਤੇ ਦਾ ਜਸ ਕਥਦੇ ਹਨ, ਭਾਵ ਉਹਦੀ ਸਿਫਤ, ਉਹਦੀ ਵਡਿਆਈ ਕਰਦੇ ਹਨ। ਇੱਕ ਨੁਕਤਾ ਸਮਝ ਲਈਏ ਵੀ ਜਿਹੜੀ ਅਕਾਲ ਪੁਰਖ ਦੇ ਗੁਣ, ਨਾਮ ਕਥਣੇ, ਸਿਫਤ ਕਰਨੀ, ਸ਼ੋਭਾ ਕਰਨੀ, ਇਹ ਹੈ ਰੱਬੀ ਨਾਮ ਨਾਲ, ਗੁਣਾਂ ਨਾਲ ਜੁੜਨਾ। ਇਹ ਮਤ ਜਗਿਆਸੂ ਆਪਣੇ ਮਨ ਅੰਦਰ ਸਤ ਸੰਗੀ ਇਹ ਭਾਵਨਾ ਰੱਖੇ ਵੀ ਮੈਂ ਐਸਾ ਕੀਤਾ ਹੈ ਤੇ ਕੋਈ ਉਹਦੇ ਤੇ ਅਹਿਸਾਨ ਕਰ ਰਿਹਾ। ਵੇਖਿਆ ਮੈਂ ਰੱਬ ਦੀ ਸਿਫਤ ਕੀਤੀ ਵੀ ਰੱਬਾ ਤੂੰ ਬੜਾ ਚੰਗਾ। ਗੁਰੂ ਪਾਤਸ਼ਾਹ ਨੇ ਇਸ ਬਾਰੇ ਬਾਣੀ ਦੇ ਵਿੱਚ ਆਖਿਆ, ਵੱਡਾ ਦਾਤਾ ਤਿਲ ਨਾ ਤਮਾਏ। ਤੁਹਾਡੀ ਸ਼ੋਭਾ ਦਾ ਵੀ ਤਮਾ ਨਹੀਂ ਉਹਨੂੰ। ਇਹ ਨਹੀਂ ਵੀ ਅਸੀਂ ਸੰਸਾਰ ਦੇ ਕਿਸੇ ਬੰਦੇ ਨੂੰ ਕਹੀਏ, ਦੋ ਚਾਰ ਗੱਲਾਂ ਉਹਦੀ ਵਡਿਆਈ 'ਚ ਕਹੀਏ ਤੇ ਉਹ ਫੁੱਲ ਕੇ ਪਹਾੜ ਹੋ ਜਾਂਦਾ ਹੈ, ਨਰਮ ਹੋ ਜਾਂਦਾ ਹੈ ਸੁਭਾਅ ਤੋਂ। ਔਰ ਇਸੇ ਤਰ੍ਹਾਂ ਅਕਾਲ ਪੁਰਖ ਵੀ ਸਾਡੇ ਕੋਲੋਂ ਆਪਣੀ ਸ਼ੋਭਾ ਸੁਣ ਕੇ, ਚਾਪਲੂਸੀ ਸੁਣ ਕੇ ਖੁਸ਼ ਹੋ ਜਾਂਦਾ ਹੈ ਤੇ ਫਿਰ ਜੋ ਉਹਦੇ ਕੋਲੋਂ ਮਰਜ਼ੀ ਕਰਵਾ ਲਓ। ਐਸਾ ਨਹੀਂ। ਅਸੀਂ ਅਕਾਲ ਪੁਰਖ ਦੀ ਸ਼ੋਭਾ ਕਿਵੇਂ ਤੇ ਕਿਉਂ ਕਰਨੀ, ਇਹਦਾ ਜ਼ਿਕਰ ਮਹਾਰਾਜ ਨੇ ਬਾਣੀ 'ਚ ਕਰਦਿਆਂ ਕਿ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਸਾਰੀ ਦੁਨੀਆ ਰਲ ਕੇ ਵੀ ਉਹਨੂੰ ਆਖੇ ਨਾ ਤੂੰ ਵੱਡਾ, ਤੂੰ ਵਧੀਆ ਹੈ, ਤੂੰ ਬੜਾ ਚੰਗਾ ਹੈ, ਤੇਰੇ ਚਾਹ ਗੁਣਾ, ਤੇ ਸਾਡੇ ਕਹਿਣ ਨਾਲ ਉਹਨੇ ਵੱਡੇ ਨਹੀਂ ਹੋਣਾ, ਉਹ ਤਾਂ ਪਹਿਲਾਂ ਹੀ ਵੱਡਾ। ਉਹ ਤੇ ਹੈ ਹੀ ਵੱਡਾ, ਸਾਡੇ ਕਹਿਣ ਨਾਲ ਉਹ ਵੱਡਾ ਨਹੀਂ ਹੋ ਰਿਹਾ। ਔਰ ਦੂਸਰੀ ਗੱਲ ਇਹ ਵੀ ਮਹਾਰਾਜ ਕਹਿੰਦੇ ਨੇ, ਜੇ ਕੋਈ ਕਹਿਣਾ ਹੀ ਬੰਦ ਕਰ ਦੇ ਵੀ ਅਸੀਂ ਨਹੀਂ ਕਹਿੰਦੇ, ਤਾਂ ਗੁਰੂ ਪਾਤਸ਼ਾਹ ਕਹਿੰਦੇ ਉਹਦਾ ਕੀ ਘਟੇਗਾ? ਨਾ ਸਾਡੇ ਕਹਿਣ ਨਾਲੋਂ ਵੱਡਾ ਹੋ ਰਿਹਾ
ਤੇ ਨਾ ਸਾਡੇ ਚੁੱਪ ਰਹਿਣ ਨਾਲ ਉਹਨੇ ਛੋਟੇ ਹੋਣਾ, ਉਹਨੂੰ ਕੋਈ ਘਾਟਾ ਨਹੀਂ। ਉਹ ਤਾਂ ਜੈਸਾ ਹੈ ਵੈਸਾ ਹੀ ਰਹੇਗਾ, ਉਹਦੇ ਵਿੱਚ ਜੈਸੀ ਖੂਬੀ ਹੈ ਵੈਸੀ ਹੀ ਰਹੇਗੀ, ਉਹਦੇ 'ਚ ਜੋ ਗੁਣ ਹਨ ਵੈਸੇ ਹੀ ਰਹਿਣੇ ਹਨ, ਔਰ ਉਹਦੀ ਜੋ ਹਸਤੀ ਹੈ ਵੱਡੀ ਹੈ, ਅਪਾਰ ਹੈ, ਉਹ ਵੱਡੀ ਤੇ ਅਪਾਰ ਹੀ ਰਹਿਣੀ ਹੈ। ਸਾਡੇ ਕਹਿਣ ਨਾਲੋਂ ਵੱਡਾ ਨਹੀਂ ਹੋ ਰਿਹਾ, ਸਾਡੇ ਨਾ ਕਹਿਣ ਨਾਲੋਂ ਛੋਟਾ ਨਹੀਂ ਹੋ ਰਿਹਾ, ਪਰ ਫਿਰ ਵੀ ਅਸੀਂ ਰੱਬੀ ਸਿਫਤੋ ਸਲਾਹ ਜਿਹੜੀ ਬਾਣੀ ਨੇ ਕਹੀ ਹੈ ਉਹ ਅਸੀਂ ਕਿਉਂ ਕਥਦੇ ਹਾਂ? ਗੁਰੂ ਸਾਹਿਬ ਨੇ ਆਪ ਵੀ ਤਾਂ ਫਿਰ ਅਕਾਲ ਪੁਰਖ ਨੂੰ ਵੱਡਾ ਆਖਿਆ ਹੀ ਹੈ। ਉਹਦੇ ਕਈ ਗੁਣ ਗਾਏ ਨੇ, ਤੂੰ ਪਤਿਤ ਪਾਵਨ ਹੈ, ਦੀਨਾ ਬੰਧੂ ਹੈ, ਦੀਨ ਦਿਆਲ ਹੈ, ਭਗਤ ਵਚਲ ਹੈ, ਕਿਰਪਾ ਨਿਧਾਨ ਹੈ, ਮਿੱਠ ਬੋਲੜਾ ਹੈ, ਸ੍ਰਿਸ਼ਟੀ ਦਾ ਸਿਰਜਣਹਾਰ ਪਾਲਣਹਾਰ ਹੈ। ਕਿੰਨੇ ਗੁਣ ਮਹਾਰਾਜ ਨੇ ਬਾਣੀ ਤੋਂ ਤੇ ਬਿਆਨ ਕੀਤੇ। ਜਦੋਂ ਸਾਡੇ ਕਹਿਣ ਨਾਲ ਉਹਨੇ ਵੱਡੇ ਨਹੀਂ ਹੋਣਾ ਤੇ ਫਿਰ ਕਹਿਣ ਦੀ ਕੀ ਲੋੜ ਹੈ? ਪਰ ਗੁਰੂ ਪਾਤਸ਼ਾਹ ਇਸ ਕਰਕੇ ਕਹਿੰਦੇ ਨੇ, ਸਦਾ ਆਨੰਦ ਰਹਿ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ। ਉਹਦੇ ਗੁਣ ਇਸ ਕਰਕੇ ਕਥਨ ਕਰਨੇ ਹਨ ਵੀ ਅਸੀਂ ਆਪਣਾ ਜੀਵਨ ਉਹਦੇ ਗੁਣਾਂ ਦੇ ਮੁਤਾਬਕ ਘੜ ਸਕੀਏ, ਉਹਦੇ ਗੁਣਾਂ ਦਾ ਪ੍ਰਭਾਵ ਸਾਡੇ ਜੀਵਨ ਉੱਤੇ ਪਵੇ, ਗੁਣੀ ਨਿਧਾਨ ਨਾਲ ਜੁੜ ਕੇ ਅਸੀਂ ਗੁਣਾਂ ਵਾਲੇ ਜੀਵਨ ਦੇ ਮਾਲਕ ਬਣ ਸਕੀਏ। ਕਿਉਂਕਿ ਗੰਦਗੀ ਦੇ ਢੇਰ ਕੋਲ ਬੈਠੋ ਤੇ ਬਦਬੂ ਆਏਗੀ। ਤੁਸੀਂ ਸੋਹਣੀ ਬਗੀਚੀ ਵਿੱਚ ਜਾ ਕੇ ਬੈਠ ਜਾਓ, ਉੱਥੇ ਤੁਹਾਨੂੰ ਖੁਸ਼ਬੂ ਮਿਲੇਗੀ, ਮਨ ਨੂੰ ਸਕੂਨ ਮਿਲੇਗਾ, ਉੱਥੋਂ ਦੀ ਸਿਚੁਏਸ਼ਨ ਤੇ ਮਾਹੌਲ ਵੱਖਰਾ ਹੋਏਗਾ। ਜੋ ਗੱਲਾਂ ਅਸੀਂ ਆਪਣੀ ਸੁਰਤ ਵਿੱਚ ਪਾਉਂਦੇ ਜਾਵਾਂਗੇ, ਪੰਜਾਂ ਗਿਆਨ ਇੰਦਰੀਆਂ ਨਾਲ ਸਾਂਝ ਬਣਾ ਕੇ ਜੋ ਕਰਮ ਕਰਦੇ ਜਾਵਾਂਗੇ, ਉਹੋ ਜਿਹਾ ਹੀ ਸਾਡਾ ਜੀਵਨ ਜਿਹੜਾ ਹੈ ਘੜਿਆ ਜਾਏਗਾ। ਜਦੋਂ ਅਸੀਂ ਰੱਬੀ ਸਿਫਤੋ ਸਲਾਹ, ਗੁਰੂ ਦੀ ਸੰਗਤ, ਗੁਰੂ ਦੀ ਬਾਣੀ, ਇਹ ਸਾਰੇ ਪ੍ਰੋਸੈਸ ਨੂੰ ਪੂਰਾ ਕਰਦੇ ਹਾਂ ਤਾਂ ਉਸ ਵੇਲੇ ਅਸੀਂ ਰੱਬੀ ਹੁਕਮ, ਰੱਬੀ ਨਾਮ, ਰੱਬੀ ਗੁਣ, ਸਚਿਆਰਾ ਜੀਵਨ, ਇਹ ਸਾਰੀਆਂ ਦਾਤਾਂ ਦੀ ਪ੍ਰਾਪਤੀ ਕਰਦੇ ਹਾਂ। ਇਸ ਕਰਕੇ ਇਹ ਸਾਡੇ ਵਾਸਤੇ ਹੈ। ਰੱਬ ਦੀ ਸਿਫਤ ਸਲਾਹ ਸਾਡੇ ਲਈ ਕਹੀ ਗਈ ਹੈ, ਰੱਬ ਵਾਸਤੇ ਨਹੀਂ ਕਹੀ ਗਈ। ਜੇ ਮਤਾਂ ਅਸੀਂ ਇਹ ਸੋਚੀਏ ਵੀ ਅਸੀਂ ਕਹਿੰਦੇ ਹਾਂ ਤੇ ਖੋਰੇ ਸਾਡਾ ਕਰਕੇ ਹੀ ਰੱਬ ਹੈ, ਨਹੀਂ, ਮਹਾਰਾਜ ਕਹਿੰਦੇ ਨੇ ਅਸੀਂ ਕਹਿਣਾ ਹੈ ਆਪਣੇ ਵਾਸਤੇ, ਆਪਣੀ ਜ਼ਰੂਰਤ ਵਾਸਤੇ, ਆਪਣੇ ਭਲੇ ਵਾਸਤੇ, ਆਪਣੇ ਜੀਵਨ ਦੀ ਸਫਲਤਾ ਵਾਸਤੇ। ਅਸੀਂ ਰੱਬ ਤੇ ਇਸ ਗੱਲ ਦਾ ਅਹਿਸਾਨ ਨਹੀਂ ਕਰਨਾ, ਉਹਦੇ ਉੱਤੇ ਕੋਈ ਇਸ ਗੱਲ ਦਾ ਪ੍ਰਭਾਵ ਨਹੀਂ, ਉਹ ਨਿਰਲੇਪ ਹੈ, ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰੇ ਹੈ। ਇਸ ਵਾਸਤੇ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਬੋਲੇ ਸਤ ਸੁਭਾਏ, ਔਰ ਸਤ ਸੰਗਤ ਵਿੱਚ ਸਤ ਸੰਗੀ ਜੁੜ ਕੇ ਕੀ ਕਰਦੇ ਹਨ? ਜਿੱਥੇ ਅਕਾਲ ਪੁਰਖ ਦੀ ਸਿਫਤ ਸਲਾਹ ਨਾਲ ਜੁੜਦੇ ਹਨ, ਸਤ, ਉਹ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਦੇ ਗੁਣਾਂ ਨੂੰ ਕਿਵੇਂ ਕਥਦੇ ਨੇ? ਸੁਭਾਏ। ਸੁਭਾਏ ਦਾ ਅਰਥ ਹੈ ਪ੍ਰੇਮ ਸਹਿਬ, ਅੰਦਰ ਪਿਆਰ ਰੱਖ ਕੇ ਉਸ ਰੱਬ ਦੇ ਪ੍ਰਤੀ, ਅੰਦਰ ਮੁਹੱਬਤ ਰੱਖ ਕੇ ਉਸ ਰੱਬ ਦੇ ਪ੍ਰਤੀ। ਤੋ ਪਾਤਸ਼ਾਹ ਕਹਿੰਦੇ ਨੇ, ਨਾਨਕ ਮਨ ਸੰਤੋਖੀ ਹੈ। ਇਸ ਤਰ੍ਹਾਂ हे ਨਾਨਕ, ਮਨ ਸੰਤੋਖਿਆ ਜਾਂਦਾ ਹੈ, ਭਾਵ ਟਿਕ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ, ਸਬਰ ਵਿੱਚ ਆ ਜਾਂਦਾ। ਇਸ ਮਨ ਦੀਆਂ ਭੁੱਖਾਂ, ਵਾਸ਼ਨਾਵਾਂ ਸਾਰੀਆਂ ਮੁੱਕ ਜਾਂਦੀਆਂ ਨੇ, ਜਿਸ ਨੂੰ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਮਨ ਦਾ ਆਧਾਰ ਜਦੋਂ ਅਕਾਲ ਪੁਰਖ ਦੀ ਸੱਤਾ, ਹੋਂਦ, ਗੁਣ, ਨਾਮ ਬਣ ਜਾਂਦਾ ਹੈ, ਉਸ ਵੇਲੇ ਮਨ ਦੀ ਵਾਸ਼ਨਾ ਮੁੱਕ ਜਾਂਦੀ ਹੈ। ਜਦੋਂ ਮਨ ਦਾ ਕੋਈ ਐਸਾ ਆਸਰਾ ਨਹੀਂ ਹੁੰਦਾ, ਫਿਰ ਇਹ ਭੁੱਖ ਵਿੱਚੋਂ ਆਸਰੇ ਲੱਭਦਾ ਹੈ, ਭੁੱਖ ਵਿੱਚੋਂ ਤ੍ਰਿਪਤ ਹੋਣ ਦੀ ਕੋਸ਼ਿਸ਼ ਕਰਦਾ ਹੈ, ਵਾਸ਼ਨਾ ਦਾ ਬੱਧਾ ਹੋਇਆ ਭਟਕਦਾ ਰਹਿੰਦਾ ਹੈ, ਆਵੇ ਜਾਵੇ, ਔਰ ਉਹਦੇ ਵਿੱਚੋਂ ਇਹਨੂੰ ਸੁੱਖ ਲੱਭਣ ਦੀ ਕੋਸ਼ਿਸ਼ ਹੁੰਦੀ ਹੈ ਇਹਦੀ, ਜੋ ਕਿ ਇਹਨੂੰ ਲੱਭਦਾ ਨਹੀਂ, ਜਿਹਨੂੰ ਜਿਸ ਦੀ ਤੁਲਨਾ ਗੁਰੂ ਮਹਾਰਾਜ ਨੇ ਮ੍ਰਿਗ ਤ੍ਰਿਸ਼ਨਾ ਨਾਲ ਕੀਤੀ ਹੈ। ਤੇ ਹਜ਼ੂਰ ਕਹਿੰਦੇ, ਇਕਸ ਸਿਉ ਲਿਵ ਲਾਏ, ਜਦੋਂ ਸਤ ਸੰਗਤ ਵਿੱਚ ਬੈਠ ਕੇ ਇੱਕ ਅਕਾਲ ਪੁਰਖ ਨਾਲ ਇਹਦੀ ਲਗਨ ਲੱਗ ਜਾਂਦੀ ਹੈ। ਲਿਵ ਦਾ ਅਰਥ ਹੁੰਦਾ ਹੈ ਧਿਆਨ, ਲਗਨ। ਜਦੋਂ ਇਹਦੀ ਲਗਨ, ਇਹਦਾ ਧਿਆਨ ਉਸ ਏਕ ਅਕਾਲ ਪੁਰਖ ਦੇ ਗੁਣਾਂ ਨਾਲ ਬਣ ਗਿਆ, ਮਨ ਤ੍ਰਿਪਤ ਹੋ ਗਿਆ। ਦੇ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਅੰਦਰ ਦੀ ਭੁੱਖ ਦੀ ਗੱਲ ਹੈ ਵੀ ਅੰਦਰ ਦੀ ਭੁੱਖ ਉਤਰ ਗਈ, ਅੰਦਰ ਦੀ ਭੁੱਖ ਦੂਰ ਹੋ ਗਈ, ਭਾਵ ਵਾਸ਼ਨਾਵਾਂ ਵਿੱਚੋਂ, ਵਿਸ਼ੇ ਵਿਕਾਰਾਂ ਵਿੱਚੋਂ, ਔਗਣਾਂ ਵਿੱਚੋਂ, ਝੂਠ ਅਗਿਆਨਤਾ ਵਿੱਚੋਂ ਸੁੱਖ ਲੱਭਣ ਵਾਲੀ ਜਿਹੜੀ ਬਿਰਤੀ ਸੀ, ਉਹ ਸਾਰੀ ਮੁੱਕ ਗਈ, ਤ੍ਰਿਪਤ ਹੋ ਗਿਆ, ਮਨ ਟਿਕ ਗਿਆ। ਹੁਣ ਸਤਿਗੁਰੂ ਕਹਿੰਦੇ ਹਨ, ਸਪਤਮ, ਸਤਵੀਂ ਥਿਤ ਦਾ ਪ੍ਰਤੀਕ ਲੈ ਕੇ, ਸੰਚੋ ਨਾਮ ਧਨ, ਰੱਬੀ ਨਾਮ ਦਾ, ਰੱਬੀ ਗੁਣਾਂ ਦਾ ਭਾਈ ਧਨ ਸੰਚੋ, ਇਕੱਠਾ ਕਰੋ, ਜਿਸ ਨੂੰ ਬਾਣੀ ਨੇ ਕਹੇ, ਧਨ ਅਖੁੱਟ ਨਾ ਮਿਖੁਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਸੇ ਧਨਵੰਤ ਹਰ ਨਾਮ ਲਿਵ ਲਾਏ,
ਗੁਰ ਪੂਰੈ ਹਰ ਧਨ ਪ੍ਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ। ਬੜੀ ਪਿਆਰੀ ਗੱਲ ਗੋਸ਼ਟੀ ਦੇ ਰੂਪ ਵਿੱਚ ਲਿਖੀ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਲਿਖਦੇ ਨੇ ਕਿ ਭਾਈ ਡੱਲਾ ਜੀ ਉਹ ਬੜੇ ਗੁਰੂ ਘਰ ਦੇ ਸ਼ਰਧਾਲੂ ਪ੍ਰੇਮੀ ਸਿੱਖ ਸਨ, ਪਰ ਸਿੱਖ ਦਾ ਕਰਮ ਹੁੰਦਾ ਹੈ ਗੁਰੂ ਕੋਲੋਂ ਕੁਝ ਨਾ ਕੁਝ ਸਿੱਖਦੇ ਰਹਿਣਾ, ਔਰ ਗੁਰੂ ਆਪਣੇ ਸਿੱਖ ਦੇ ਮਨ ਦੀਆਂ ਉਲਝਣਾਂ ਨੂੰ ਬਾਰ-ਬਾਰ ਸੁਲਝਾਉਂਦਾ ਰਹਿੰਦਾ ਹੈ। ਇਹੀ ਗੁਰੂ ਦਾ ਕਰਤੱਵ ਹੈ, ਹਨੇਰੇ ਚੋਂ ਕੱਢਣਾ ਤੇ ਚਾਨਣ ਵਿੱਚ ਲਿਆ ਕੇ ਖੜਿਆਂ ਕਰ ਦੇਣਾ, ਜਿੱਥੇ ਅਸੀਂ ਜੀਵਨ ਦਾ ਸਹੀ ਰਸਤਾ ਚੁਣ ਸਕੀਏ। ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਭਾਈ ਸਾਹਿਬ ਜੀ ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਰਹਿਮਤ ਕਰੋ, ਆਪਣੇ ਦਰ ਦੀ ਪ੍ਰਵਾਨਗੀ ਦਿਓ। ਸਿੱਖ ਦੀ ਅਰਦਾਸ ਐਸੀ ਹੀ ਹੁੰਦੀ, ਉਹ ਹਮੇਸ਼ਾ ਗੁਰੂ ਵੱਲ ਹੀ ਵੇਖਦਾ ਹੈ ਤੇ ਗੁਰੂ ਕੋਲੋਂ ਹੀ ਸਾਰੀਆਂ ਬਖਸ਼ਿਸ਼ਾਂ ਮੰਗਦਾ ਹੈ। ਮਹਾਰਾਜ ਰਹਿਮਤ ਕਰੋ, ਇਹ ਲੋੜ, ਇਹ ਗੱਲ ਵੀ ਕਿਸੇ ਦੇ ਮਨ ਵਿੱਚੋਂ ਹੀ ਨਿਕਲਦੀ ਹੈ। ਅਸੀਂ ਅਰਦਾਸ ਵਿੱਚ ਨਾ ਸ਼ਬਦ ਪੜ੍ਹਦੇ, ਵੈਸੇ ਸਾਡੇ ਬਜ਼ੁਰਗਾਂ ਨੇ ਸਾਡੀ ਭਾਵਨਾ ਨੂੰ ਗੁਰਮਤਿ ਦੇ ਨੇੜੇ ਰੱਖਣ ਦੀ ਕੋਸ਼ਿਸ਼ ਵਿੱਚ ਅਰਦਾਸ ਸ਼ਬਦ ਬਹੁਤ ਪਿਆਰੇ ਪਿਆਰੇ ਵਰਤੇ ਹਨ। ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸਾਰੇ ਦਾਨਾਂ ਦਾ ਸ਼੍ਰੋਮਣੀ ਦਾਨ ਨਾਮ ਦਾਨ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅਰਦਾਸ ਰੂਪ ਵਿੱਚ ਕਹੀਆਂ ਨੇ, ਪਰ ਕਈ ਵਾਰ ਇਸ ਤਰ੍ਹਾਂ ਵਾਪਰਦਾ ਹੈ, ਇਹ ਝਾਤ ਅਸੀਂ ਸਾਰਿਆਂ ਨੇ ਆਪਣੇ ਮਨ ਅੰਦਰ ਮਾਰਨੀ ਹੈ ਕਿ ਅਰਦਾਸ ਦੀਆਂ ਇਹ ਗੱਲਾਂ ਦੇ ਉੱਤੇ ਜੇ ਮਨ ਨਹੀਂ ਟਿਕ ਰਿਹਾ ਤਾਂ ਇਹਦਾ ਮਤਲਬ ਮਨ ਇਹਨਾਂ ਚੀਜ਼ਾਂ ਦੀ ਲੋੜ ਮਹਿਸੂਸ ਨਹੀਂ ਕਰ ਰਿਹਾ। ਦੋਵੇਂ ਗੱਲਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ। ਮਹਿਸੂਸ ਕਰੇਗਾ ਤਾਂ ਅੰਦਰੋਂ ਗੱਲ ਹੋਏਗੀ, ਨਹੀਂ ਮਹਿਸੂਸ ਕਰਦਾ, ਬਾਹਰੋਂ ਪੜ੍ਹ ਰਹੇ ਹਾਂ ਤੇ ਕੋਸ਼ਿਸ਼ ਕਰੀਏ ਵੀ ਇਹ ਗੱਲਾਂ ਸਾਡੇ ਮਨ ਤੱਕ, ਸਾਡੇ ਮਨ ਦੀ ਆਵਾਜ਼ ਬਣਨ। ਸਿਦਕ ਤੇ ਤਾਂ ਹੀ ਨਿਭਦੇ ਨੇ ਨਾ ਜੇ ਧੁਰ ਅੰਦਰੋਂ ਬੰਦਾ ਨਾਲ ਅਟੈਚ ਹੋਇਆ, ਨਹੀਂ ਤਾਂ ਸਿਦਕ ਦੇ ਨਾਲ ਜੀਵਨ ਦਾ ਪੰਧ ਤੈਅ ਨਹੀਂ ਹੁੰਦਾ, ਬੇਸਿਦਕਾ ਹੋ ਜਾਂਦਾ ਹੈ ਜੀਵਨ। ਇਹ ਆਵਾਜ਼ ਅੰਦਰੋਂ ਨਿਕਲਣੀ, ਗੁਰੂ ਪਾਤਸ਼ਾਹ ਦੇ ਕੋਲ ਗੁਜ਼ਾਰਿਸ਼ ਕਰਨੀ, ਬੇਨਤੀ ਕਰਨੀ, ਸੱਚੇ ਪਾਤਸ਼ਾਹ ਦਰ ਦੀ ਪ੍ਰਵਾਨਗੀ ਦਿਓ, ਐਸਾ ਸਿੱਖੀ ਦਾਨ ਬਖਸ਼ੋ ਜਿਹੜਾ ਤੁਹਾਡੇ ਪਰਮ ਪਿਆਰੇ ਸਭ ਤੋਂ ਨਜ਼ਦੀਕੀ ਗੁਰਸਿੱਖੜਿਆਂ ਨੂੰ ਪ੍ਰਾਪਤ ਹੋਇਆ ਹੈ। ਹਜ਼ੂਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮੁਸਕਰਾਏ। ਪਾਤਸ਼ਾਹ ਕਹਿਣ ਲੱਗੇ, ਭਾਈ ਜੀ, ਵੈਸੇ ਭਾਈ ਡੱਲਾ ਜੀ ਬੜੇ ਗੁਰਮੁਖ ਪਿਆਰੇ ਔਰ ਗੁਰੂ ਘਰ ਦੇ ਨੇਮੀ ਔਰ ਪ੍ਰੇਮੀ ਸਿੱਖ ਸਨ। ਬੜਾ ਵੱਡਾ ਰਿਸਕ ਲੈ ਕੇ ਉਹਨਾਂ ਨੇ ਸਤਿਗੁਰੂ ਪਾਤਸ਼ਾਹ ਦੀ ਸੇਵਾ ਕਮਾਈ ਹੈ, ਪਰ ਹਜ਼ੂਰ ਨੇ ਉਹਨਾਂ ਤੇ ਬਖਸ਼ਿਸ਼ ਵੀ ਅਪਾਰ ਕੀਤੀ ਹੈ। ਅਸੀਂ ਇਹ ਕਹਾਣੀਆਂ ਘੜਦੇ ਹਾਂ, ਉਹ ਡਰ ਗਿਆ, ਉਹ ਥਿੜਕ ਗਿਆ, ਪਤਾ ਨਹੀਂ ਇਹ ਕੌਣ ਗੱਲਾਂ ਕਰਦਾ ਹੈ। ਜਿਸ ਬੰਦੇ ਨੇ ਵਜ਼ੀਰ ਖਾਨ ਨੂੰ ਇਹ ਜਵਾਬ ਮੋੜਵਾ ਦਿੱਤਾ ਹੋਵੇ ਵੀ ਜੇ ਤੂੰ ਮੇਰੀ ਇਸ ਚੌਧਰਾਇਤ ਵਾਲੀ ਜਗ੍ਹਾ ਵਿੱਚ ਪੈਰ ਵੀ ਪਾਇਆ ਨਾ ਤਾਂ ਮੈਂ ਤੇਰੀਆਂ ਅੱਖਾਂ ਕੱਢ ਦਿਆਂ, ਕਿਉਂਕਿ ਜਿਨ੍ਹਾਂ ਨੂੰ ਤੂੰ ਬਾਗੀ ਕਹਿ ਰਹੇ ਹੋ ਮੇਰਾ ਗੁਰੂ ਹੈ। ਇਹ ਕੋਈ ਨਿੱਕੀ ਗੱਲ ਨਹੀਂ। 9 ਮਹੀਨੇ ਤੇ 9 ਦਿਨ ਇਤਿਹਾਸਕਾਰਾਂ ਮੁਤਾਬਕ ਸਤਿਗੁਰੂ ਤਲਵੰਡੀ ਸਾਬੋ ਵਿੱਚ ਰਹੇ ਨੇ, ਔਰ ਉਤਾਰਾ ਉਹਨੇ ਆਪਣੀ ਹਵੇਲੀ ਵਿੱਚ ਕਰਵਾਇਆ ਸਤਿਗੁਰੂ ਪਾਤਸ਼ਾਹ ਦਾ। ਜਿੰਨੀ ਵੀ ਆਉਣ ਵਾਲੀ ਸੰਗਤ ਸੀ ਇਸ ਸਮੇਂ ਮੁਤਾਬਕ ਸਭ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਭਾਈ ਡੱਲੇ ਨੇ ਚੁੱਕੀ ਹੋਈ ਹੈ। ਔਰ ਇਹ ਭਾਈ ਡੱਲੇ ਦੀ ਭੈਣ ਜਿਹੜੀ ਹੈ ਬੀਬੀ ਕਪੂਰੋ, ਉਹ ਕਪੂਰੇ ਨਾਲ ਵਿਆਹੀ ਹੋਈ ਹੈ। ਉਹਦਾ ਨਾਮ ਕਪੂਰ ਸਿੰਘ ਹੈ, ਇਹਦਾ ਨਾਮ ਚੌਧਰੀ ਡੱਲ ਸਿੰਘ ਹੈ। ਇਸ ਤਰ੍ਹਾਂ ਗਾਂ ਦੀ ਗਾਂ ਸੰਗਲੀ ਜੁੜਦੀ ਜਿਸ ਵੇਲੇ ਕਈ ਗੱਲਾਂ ਦੇ ਉੱਤੇ ਸਾਡੇ ਐਸੇ ਸਵਾਲ ਅਸੀਂ ਆਪ ਹੀ ਖੜੇ ਕਰ ਲਏ ਜਿਨ੍ਹਾਂ ਦੀ ਕੋਈ ਤੋਕ ਨਹੀਂ ਸੀ ਬਣਦੀ। ਵੀ ਸਿੱਧਕਵਾਨਾਂ ਨੂੰ ਅਸੀਂ ਡਰਾਕਲ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੇ ਐਸੇ ਡਰਾਕਲ ਲੋਕ ਸਨ ਉਹਨਾਂ ਨੂੰ ਅਸੀਂ ਸਿੱਧਕਵਾਨ ਬਣਾਉਣ ਦੀ ਵੀ ਇਤਿਹਾਸ 'ਚ ਬੜੀ ਕਵਾਇਦ ਕੀਤੀ ਹੈ। ਇਵੇਂ ਲੱਗਦਾ ਵੀ ਕਈ ਵਾਰ ਇਤਿਹਾਸ ਲਿਖਣ ਵਾਲਿਆਂ ਨੇ ਪੱਖਪਾਤ ਦਾ ਪੱਲਾ ਨਹੀਂ ਛੱਡਿਆ, ਪੱਖਪਾਤ ਬਹੁਤ ਕੀਤਾ ਵੀ ਜਿਹੜੇ ਉਹਨਾਂ ਦੇ ਨਜ਼ਦੀਕੀ ਸਨ ਉਹਨਾਂ ਨੂੰ ਵਡਿਆ ਲਿਆ, ਜਿਨ੍ਹਾਂ ਬਾਰੇ ਉਹ ਜਾਣਦੇ ਨਹੀਂ ਸਨ ਉਹਨਾਂ ਨੂੰ ਛੁਟਿਆ ਕੇ ਪੇਸ਼ ਕਰ ਦਿੱਤਾ। ਐਸੀਆਂ ਕਈ ਗੱਲਾਂ ਜਿਹੜੀਆਂ ਨੇ ਇਤਿਹਾਸ ਵਿੱਚ ਕਿਤੇ ਕਿਤੇ ਵਾਪਰੀਆਂ ਸਾਨੂੰ ਵਿਖਾਈ ਦਿੰਦੀਆਂ। ਉਹ ਗੁਰੂ ਘਰ ਦਾ ਸਿਦਕਵਾਨ ਸਿੱਖ ਸੀ, ਗੁਰੂ ਦਾ ਪਿਆਰਾ ਸੀ। ਉਹ ਹਰ ਰਿਸਕ ਲੈ ਕੇ ਵੀ ਗੁਰੂ ਪਾਤਸ਼ਾਹ ਜੀ ਐਸੇ ਵਿਖੜੇ ਸਮੇਂ ਵਿੱਚ ਗੁਰੂ ਮਹਾਰਾਜ ਦੀ ਸੇਵਾ 'ਚ ਹਾਜ਼ਰ ਸੀ। ਨਾ ਉਹਦੇ ਵਿੱਚ ਕੋਈ ਡਰਾਕਲਪਨ ਸੀ, ਨਾ ਉਹ ਥਿੜਕਿਆ ਸੀ। ਹਾਂ, ਕੁਝ ਉਲਝਣਾਂ ਮਨ ਦੀਆਂ ਹੁੰਦੀਆਂ ਨੇ, ਗੁਰੂ ਉਹਨਾਂ ਨੂੰ ਦੂਰ ਕਰਦਾ ਹੈ ਤੇ ਉਹਨਾਂ ਤੋਂ ਇਹ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਵੀ ਇਹ ਬੰਦਾ ਥਿੜਕਿਆ ਹੈ, ਇਹ ਬੰਦਾ ਡਰਿਆ ਹੈ। ਇਹ ਗੱਲਾਂ ਅਸੀਂ ਕੋਲੋਂ ਘੜਦੇ ਹਾਂ।
ਸਾਡੇ ਮਨ 'ਚ ਉਦੋਂ ਵੀ ਕਿਤੇ ਜ਼ਿਆਦਾ ਉਲਝਣਾ ਹੋ ਸਕਦੀਆਂ ਨੇ, ਗੁੰਝਣਾ ਹੋ ਸਕਦੀਆਂ ਨੇ, ਗੁਰੂ ਕੋਲੋਂ ਹੀ ਸੁਲਝਾਉਣੀਆਂ ਨੇ ਅਸੀਂ, ਔਰ ਗੁਰੂ ਉਹਨਾਂ ਨੂੰ ਸੁਲਝਾਉਂਦਾ। ਇਹਦੇ ਤੋਂ ਆਪਣੇ ਨਤੀਜੇ ਕੱਢ ਲੈਣੇ ਕੋਈ ਸਿਆਣੀ ਗੱਲ ਨਹੀਂ। ਤੇ ਇਹ ਤਾਂ ਸੁਭਾਵਿਕ ਗੱਲ ਹੈ ਕਿ ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ। ਬਾਰ-ਬਾਰ ਭੁੱਲਣ ਵਾਲੇ ਜੀਵ ਨੂੰ ਗੁਰੂ ਬਾਰ-ਬਾਰ ਸਮਝਾਉਂਦਾ ਹੈ। ਤਾਂ ਅਸੀਂ ਜਿਹੜੇ ਸ਼ਬਦ ਵਰਤਦੇ ਹਾਂ ਯੋਗ ਨਹੀਂ ਹੁੰਦੇ ਕਈ ਵਾਰ। ਭਾਈ ਸਾਹਿਬ ਜੀ ਨੂੰ ਸਤਿਗੁਰੂ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ, ਚੌਧਰੀ ਜੀ, ਭਾਈ ਸਾਹਿਬ, ਦੁਨੀਆ ਦੀ ਕਿਸੇ ਦੁਕਾਨ ਉੱਤੇ ਜਾਈਏ, ਪੈਸੇ ਹੋਣ ਕੋਲ, ਉਹਨਾਂ ਪੈਸਿਆਂ ਦੇ ਨਾਲ ਆਪਾਂ ਕਿਸੇ ਦੁਕਾਨਦਾਰ ਨੂੰ ਆਖੀਏ ਵੀ ਇੰਨੇ ਪੈਸਿਆਂ ਦਾ ਸਬਰ ਦੇ ਦਿਓ, ਇੰਨੇ ਪੈਸਿਆਂ ਦਾ ਸਿਦਕ ਦੇ ਦਿਓ, ਮੇਰੇ ਜੀਵਨ 'ਚ ਸਿਦਕ ਦੀ ਘਾਟ ਹੈ, ਇੰਨੇ ਪੈਸਿਆਂ ਦਾ ਪਰਉਪਕਾਰ ਦੇ ਦਿਓ, ਇੰਨੇ ਪੈਸਿਆਂ ਦਾ ਮਿੱਠਾ ਬੋਲਣ ਦਾ ਸੁਭਾਅ ਦੇ ਦਿਓ, ਇੰਨੇ ਪੈਸਿਆਂ ਦਾ ਸੰਤੋਖ ਦੇ ਦਿਓ, ਮਿਲੇਗਾ ਕਿਤੇ? ਭਾਈ ਸਾਹਿਬ ਕਹਿਣ ਲੱਗੇ, ਨਹੀਂ ਮਹਾਰਾਜ, ਇਹ ਕੋਈ ਮੁੱਲ ਵਿਕਦੀਆਂ ਚੀਜ਼ਾਂ ਨਹੀਂ। ਫਿਰ ਸਤਿਗੁਰੂ ਪਾਤਸ਼ਾਹ ਜੀ ਕਿੱਥੋਂ ਮਿਲਣਗੀਆਂ? ਹਜ਼ੂਰ ਨੇ ਆਖਿਆ ਕਮਾਉਣੀਆਂ ਪੈਣਗੀਆਂ। ਕਮਾਈ ਹੈ ਨਾ, ਪ੍ਰੋਸੈਸ ਹੈ। ਮੈਂ ਕੌੜਾ ਬੋਲਣ ਦਾ ਸੁਭਾਅ ਬਣਾਇਆ ਤੇ ਪ੍ਰੈਕਟਿਸ ਕਰਨੀ ਪਏਗੀ ਮਿੱਠਾ ਬੋਲਣ ਵਾਸਤੇ। ਗੁਰੂ ਡਾਇਰੈਕਸ਼ਨ ਦਿੰਦਾ, ਗੁਰੂ ਸੇਧ ਦਿੰਦਾ ਤੇ ਉਸ ਮੁਤਾਬਕ ਚੱਲ ਕੇ ਮੈਂ ਆਪਣਾ ਸੁਭਾਅ ਬਦਲ ਸਕਦਾ। ਮੇਰੇ ਅੰਦਰ ਕਿਸੇ ਪ੍ਰਤੀ ਨਫ਼ਰਤ ਤੇ ਈਰਖਾ ਹੈ, ਉਹਨੂੰ ਮਿਟਾਉਣ ਵਾਸਤੇ ਗੁਰੂ ਦੇ ਦੱਸੀ ਹੋਈ ਜੁਗਤ ਮੁਤਾਬਕ ਮੈਨੂੰ ਤੁਰਨਾ ਪਏਗਾ, ਮਿਹਨਤ ਕਰਨੀ ਪਏਗੀ, ਉਹ ਅੰਦਰ ਦੀ ਕਾਣ ਕੱਢੀ ਜਾ ਸਕਦੀ ਹੈ। ਸੰਭਵ ਹੈ ਨਾ ਗੱਲ? ਯਾਨੀ ਕਿ ਕਮਾਈ ਦਾ ਰਾਹ ਹੈ, ਕਮਾਈ ਦਾ। ਗੁਰੂ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਭਾਈ ਸਾਹਿਬ, ਗੁਰਮਤ ਦਾ ਮਾਰਗ ਹੈ ਕਮਾਈ ਦਾ ਮਾਰਗ। ਜਿਨ੍ਹਾਂ ਵੱਲ ਵੇਖ ਕੇ ਤੁਹਾਡੇ ਮਨ ਅੰਦਰ ਚਾਹ ਉੱਠਿਆ ਹੈ ਨਾ ਕਿ ਸਤਿਗੁਰੂ ਮੈਨੂੰ ਵੀ ਐਸੀ ਜੀਵਨ ਜੁਗਤ ਬਖਸ਼ਿਸ਼ ਕਰੇ, ਕਮਾਓ। ਇਹ ਮੁੱਲ ਨਹੀਂ ਵਿਕਦੀ, ਇਹ ਉਧਾਰੀ ਨਹੀਂ ਮਿਲ ਸਕਦੀ। ਇਹ ਨਾ ਉਧਾਰੀ ਮਿਲਣੀ ਹੈ, ਨਾ ਕਿਸੇ ਦੇ ਦਿੱਤਿਆਂ ਮਿਲਣੀ ਹੈ, ਨਾ ਇਸ ਨੂੰ ਮੁੱਲ ਖਰੀਦਿਆ ਜਾ ਸਕਦਾ ਹੈ। ਇਹ ਮਿਲਦੀ ਹੈ ਕਮਾਈ ਨਾਲ। ਜਿੰਨੀ ਉਹਨਾਂ ਕਮਾਈ ਕੀਤੀ ਹੈ ਉਹਨਾਂ ਤੋਂ ਤੁਸੀਂ ਖੁਸ਼ ਹੋ, ਪ੍ਰਭਾਵਿਤ ਹੋ, ਕਮਾਈ ਕਰੋ, ਜੀਵੋ ਇਹਨੂੰ ਜੀਵਨ ਅੰਦਰ, ਤੁਸੀਂ ਵੀ ਵੈਸੇ ਬਣ ਜਾਓਗੇ। ਗੁਰੂ ਨਾਨਕ ਦੀ ਵਿਚਾਰਧਾਰਾ ਦੇ ਰਸਤੇ ਖੁੱਲੇ ਨੇ, ਤੁਰੋ। ਉਹ ਤੁਰੇ ਨੇ, ਤੁਸੀਂ ਵੀ ਤੁਰੋ ਨਾ ਮਗਰ। ਸ਼ੈਲ ਲੰਘੰਦੇ ਪਾਰ ਗੋਰੀ ਮਨ ਧੀਰਿਆ। ਫਰੀਦ ਸਾਹਿਬ ਕਹਿੰਦੇ ਨੇ, ਸ਼ੈਲ ਸ਼ਬੀਲੇ ਨੌਜਵਾਨ ਨਦੀ ਦੇ ਦਰਿਆ ਤੇ ਕੰਢੇ ਤੇ ਖਲੋਤੇ ਸਨ ਤੇ ਉਹਨਾਂ ਨੇ ਪਾਣੀ 'ਚ ਛਾਲ ਮਾਰੀ ਤੇ ਤਰ ਕੇ ਦੂਜੇ ਪਾਸੇ ਨੂੰ ਹੌਲੀ ਹੌਲੀ ਲੰਘਣ ਲੱਗ ਪਏ। ਇੱਕ ਕਮਜ਼ੋਰ ਦਿਲ ਵਾਲਾ ਉੱਥੇ ਖਲੋਤਾ ਸੀ, ਜਿਹੜਾ ਘੰਟਿਆਂ ਬੱਧੀ ਸੋਚ ਰਿਹਾ ਸੀ, ਤਰਾਂ ਕਿ ਨਾ ਤਰਾਂ, ਕਿਤੇ ਡੁੱਬ ਨਾ ਜਾਵਾਂ, ਪਤਾ ਨਹੀਂ ਪਾਰ ਲੱਗਾਂਗਾ ਕਿ ਨਹੀਂ ਲੱਗ। ਕਈ ਅੜਚਣਾਂ ਹੁੰਦੀਆਂ ਨੇ ਨਾ। ਜਦੋਂ ਉਹਨੇ ਵੇਖਿਆ ਵੀ ਉਹ ਨੌਜਵਾਨ ਤਰ ਰਹੇ ਨੇ, ਉਹਨੇ ਵੀ ਛਾਲ ਮਾਰੀ, ਹੌਸਲਾ ਕੱਢਿਆ ਵੀ ਚਲੋ ਇਹ ਤਰ ਸਕਦੇ ਨੇ, ਆਪਾਂ ਵੀ ਤਰਦੇ ਆ ਨਾਲ। ਜੇ ਪਾਰ ਲੰਘਣਗੇ ਆਪਾਂ ਵੀ ਲੰਘ ਜਾਵਾਂਗੇ, ਔਰ ਜੇ ਕਿਧਰੇ ਰਸਤੇ 'ਚ ਮੁਸ਼ਕਲ ਆਈ ਤੇ ਆਪੇ ਮੈਨੂੰ ਫੜ ਕੇ ਪਾਰ ਕਰ ਲੈਣਗੇ, ਡੁੱਬਣ ਨਹੀਂ ਦੇਣਗੇ। ਸਹਾਰਾ, ਇਹਨੂੰ ਅਸੀਂ ਕਹਿੰਦੇ ਆ ਸਹਾਰਾ ਮਿਲਣਾ। ਫਰੀਦ ਸਾਹਿਬ ਕਹਿੰਦੇ ਨੇ, ਸਤ ਸੰਗਤ ਇਸ ਲਈ ਜ਼ਰੂਰੀ ਹੁੰਦੀ ਏ ਕਿ ਅਸੀਂ ਕਈ ਵਾਰ ਸੋਚਦੇ ਹਾਂ ਪਤਾ ਨਹੀਂ ਇਸ ਤਰ੍ਹਾਂ ਗੱਲ ਬਣੇਗੀ ਕਿ ਨਹੀਂ ਬਣੇਗੀ, ਤੇ ਸਤ ਸੰਗਤ ਵਿੱਚ ਆ ਕੇ ਆਪਾਂ ਉਹਨਾਂ ਦੀਆਂ ਗੱਲਾਂ ਤਾਈਓ ਹੀ ਛੇੜਦੇ ਹਾਂ ਜਿਹੜੇ ਤਰ ਗਏ, ਜਿਨ੍ਹਾਂ ਨੂੰ ਤਰਨ ਦੀ ਜਾਚ ਹੈ। ਜਿਹੜਾ ਗੁਰੂ ਆਪ ਮੁਕਤ ਹੈ, ਸਾਨੂੰ ਮੁਕਤ ਕਰਨ ਦੀ ਸਮਰੱਥਾ ਰੱਖਦਾ ਹੈ। ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੈ। ਇੱਥੇ ਇਸੇ ਕਰਕੇ ਅਸੀਂ ਉਹ ਤਰਨ ਵਾਲੇ ਦਾ, ਤਾਰਨਹਾਰ ਦਾ ਆਸਰਾ ਤੱਕਦੇ ਹਾਂ ਵੀ ਅਸੀਂ ਦਿਲ ਕੱਢ ਸਕੀਏ ਤਰਨ ਦਾ। ਤੇ ਜੇ ਕਿਧਰੇ ਅੜਚਣ ਆਈ ਵੀ ਤੇ ਉਹ ਹੈ ਨਾ, ਉਹਦੀ ਹਜ਼ੂਰੀ ਹੈ ਸਾਡੇ ਕੋਲ, ਉਹਦਾ ਆਸਰਾ ਹੈ ਸਾਡੇ ਕੋਲ। ਸਾਨੂੰ ਫਿਕਰ ਕਰਨ ਦੀ ਲੋੜ ਨਹੀਂ, ਚਿੰਤਾ ਦੀ ਜ਼ਰੂਰਤ ਨਹੀਂ। ਅਸੀਂ ਸ਼ੁਰੂ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਸਾਹਿਬ, ਇਹ ਕਿਸੇ ਦੌਲਤਾਂ ਨਾਲ ਚੀਜ਼ਾਂ ਨਹੀਂ, ਇਹ ਤਾਂ ਕਮਾਈ ਦੀ ਜੁਗਤ ਹੈ। ਕਮਾਓ, ਤੁਸੀਂ ਵੀ ਕਮਾਓ, ਤੁਸੀਂ ਵੀ ਵੈਸੇ ਹੀ ਬਣੋਗੇ। ਉਲਝਣ ਹੋਵੇ ਕੋਈ ਅੰਦਰ ਦੀ, ਗੁਰੂ ਆਪਣੇ ਉਪਦੇਸ਼ ਨਾਲ ਦੂਰ ਕਰ ਰਹੇ। ਇਹ ਸਿੱਖਿਆ ਸਾਨੂੰ ਵੀ ਲੈਣੀ ਬਣਦੀ ਹੈ। ਇਹ ਸਾਡੇ ਸਾਰਿਆਂ ਲਈ ਹੈ। ਇਹ ਇਕੱਲੀ ਭਾਈ ਡਲ ਸਿੰਘ ਲਈ ਨਹੀਂ, ਸਾਡੇ ਸਾਰਿਆਂ ਲਈ ਹੈ। ਕਿ ਸਤਿਗੁਰੂ ਪਾਤਸ਼ਾਹ ਸਾਨੂੰ ਕਹਿੰਦੇ ਹਨ, ਇਹ ਭਾਈ, ਜਿਨ੍ਹਾਂ ਵੱਲ ਵੇਖ ਕੇ ਤੂੰ ਪ੍ਰਭਾਵਿਤ ਹੈ, ਉਹਨਾਂ ਮਹਾਨ ਗੁਰਮੁਖਾਂ ਵਾਲਾ ਜੀਵਨ ਤੂੰ ਵੀ ਕਮਾ ਸਕਦਾ ਹੈ। ਕਿਉਂਕਿ ਉਹਨਾਂ ਵੀ ਕਮਾਇਆ ਤੇ ਤੂੰ ਵੀ ਕਮਾ ਸਕਦਾ ਹੈ। ਜੁਗਤ ਉਹਨਾਂ ਨੂੰ ਵੀ ਮੈਂ ਇਹੋ ਹੀ ਦਿੱਤੀ ਹੈ, ਜੁਗਤ ਤੁਹਾਨੂੰ ਵੀ ਇਹੋ ਹੀ। ਫਾਰਮੂਲਾ ਇੱਕੋ ਹੀ ਹੈ। ਇਹ ਨਹੀਂ ਵੀ ਉਹਨਾਂ ਕੋਲ ਕੋਈ ਵੱਖਰਾ ਫਾਰਮੂਲਾ ਸੀ ਜਾਂ ਤੁਹਾਨੂੰ ਕੋਈ ਵੱਖਰਾ ਦੇਣਾ ਹੈ। ਉਹੀ ਫਾਰਮੂਲਾ ਉਹਨਾਂ ਨੂੰ ਦਿੱਤਾ ਸੀ ਗੁਰਮਤਿ ਦੇ ਰੂਪ ਵਿੱਚ, ਉਹੀ ਤੁਹਾਨੂੰ ਦਿੱਤਾ।
ਉਹੀ ਰਾਹ ਉਹਨਾਂ ਨੂੰ ਦੱਸਿਆ ਗਿਆ, ਉਹੀ ਰਸਤਾ ਤੁਹਾਨੂੰ ਦੱਸਿਆ ਜਾ ਰਿਹਾ। ਬਸ ਜਿਹੜਾ ਕਮਾ ਲਏਗਾ, ਜਿਹੜਾ ਤੁਰ ਪਏਗਾ ਪਹੁੰਚ ਜਾਏਗਾ। ਰਸਤਾ ਸਭਨਾਂ ਲਈ ਇੱਕੋ ਜਿਹਾ। ਪ੍ਰਥਾਏ ਸਾਕੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। तो गुरु पातशाह जी बख्शिश करते ने, ऐसा नाम धन संचो रब्बी गुणा दी कमाई करो, टूट ना जाहे भंडार। वो ये नाम धन दे खजाने कदे निखुटदे खत्म नहीं होंदे, इन्हां भंडारियां च कमी नहीं होंदी, ये वधदे ने। ये ऐसी दौलत है चंगियाई की, जिन्नी भी कमाई जाई उन्नी वधदी जांदी है, लगन लगदी जांदी है, घटदी नहीं। इस वास्ते पातशाह कहंदे ने, संत संगत मह पाईए अंत न पारावार। गुरु दी संगत विचों ही ये नाम धन दी दौलत मिलती है। ये नाम धन उस करते दी दौलत है जिसका पारावार नहीं, कोई अंत नहीं। पर किस तरह प्राप्त हुंदी है? सत संगत विच, गुरु दी नेड़ता विचों। कहंदे आप तजो, जदों आपां भाव अपनी हौमे नूं छड़ दईए, जदों अपना हंकार त्याग दईए। मैं अगे एक दिन उदाहरण शायद सांझी कीती सी। चौधरी बख्तावर गुरु अंगद साहब नूं जाणदा सी, पर भेद भाव हौमे मन अंदर आके गुरु साहब दे पड़ंग उत्ते ही बैठ गया। काली विच सुझिया कख ना। वेख्या संगत 24 बैठे ने जिहड़े मेरी मजदूरी नौकरी करदे ने, मैं उन्हां बराबर किवें बह सकदा? मैं ते चौधरी हां, मैं ते वड्डा। आया संगत च है, आया गुरु दी नेड़ता करन वास्ते है, पर हौमे दी पंड नाल ही चुक लिया है। इस करके नज़र आ रहे ने ना जिन्ने, उन्हां विचों कोई अमीर नज़र आ रहे, कोई गरीब नज़र आ रहे, कोई ऊंचा, कोई नीवा, कोई मजदूर, कोई मालक, जानी कि वही दुनिया वाला भेद भाव नाल ही लै आ, सुरत विच ही आया गुरु कोल है, पर छड्डिया कख नहीं। जिन्हों असीं बाणी विचों पढ़दे आ ना, साधु को मिलने जाइए साथ ना लीजे कोई। ਅਸੀਂ ਇਹਦੇ बड़े हल्के अर्थ भी कल्ले ही तुर जाओ, किसी ਨੂੰ ਨਾਲ ना लैके जाओ। हालांकि गुरु ने आख्या भी आप चंगे काम विच लगो ते प्रेरणा करो, शायद किसी होर दे मन विच भी ये भावना वस जाए, वो भी करे, ये भी भला है। साथ ना लीजा कोई दा मतलब है कोई गुरूर दुनिया दा नाल ना चुक के लियाओ, क्योंकि जिथे तुसी चले हो उत्थे ये नहीं चलेगा। गुरूर नहीं चलेगा, हौमे नहीं चलेगी, चतुराई नहीं चलेगी। गुरु कोल आइए ते मन की चतुराई नूं, मन की सियाणप नूं, मैं की हाँ, ये गल नूं पासे छड्डी, तां ही बख्शिश प्राप्त हो सकती है ना। आप गवाइए तां शौ पाइए, अवर कैसी चतुराई, शौ नदर कर देखै, सौ दिन लिखै, कामण नौ निध पाई। इस नूं गुरु महाराज पातशाह जी आखदे ने। धन गुरु अंगद साहब महाराज ने आख्या, जदों उसनूं महसूस होया, मगरों उसने खिमा मंगी, महाराज भुल हुई। सतगुरु कहण लगे, सानू इस गल विच कोई रंज नहीं, तुसीं बैठे किते ना किते बहना ही सी तुसीं, पर इस गल दा सानू मन विच ख्याल आया है भी की वजह हो सकती है भी जिहड़े सामने बैठे ने सत संगी ने, सारे ही अपने प्यारे ने, तुसीं उन्हां नाल इन्ना भेद भाव काहनूं रखदे हो? आए संगत विचों, संगत विच आए हो, इथों कुछ लैके जाओ, कोई तुहाडा भला होवे। किन्ना क दे जे चौधरां कल नूं ना रहीआं, ये भेद भाव अज तुसीं कर रहे हो, कल नूं ये करनगे। ਅਸੀਂ ਇਹ ਜਾੜੀ क्यों नहीं पुट देंगे? एक उदाहरण दें, अज संसार विच जिहड़े सत्ता दे मालक ने ना, ताकत दे मालक ने, और लोकां ते जुल्म करदे ने, वो ये गल भुल जांदे ने भी 2-4 पीढ़ियां बाद जिहड़ा असीं माहौल अज पैदा कर चले आ, ये वडियाइयां सदा ते पक्कियां ते किसी दियां लिखियां है नहीं भी साडे कोल रहणगीਆਂ। जिहड़ा ये माहौल सिरज जांदे ने ना लोक, बाद विच इसे माहौल विचों इन्हां दियां नस्लां नूं लंघना पैंदा, क्योंकि इहो सत्ता कल नूं किसी होर कोल होनी, उन्हें भी इहो कुछ ही करना। यानी कि अपना सोचते ने, पर अपनियां नस्लां नूं कसूतियां फसा जांदे ने लोक। ये भुल जांदे ने भी अज जे असीं लोकां दे नाल विहार माड़ा करदे हां, कल नूं जदों इन्हां लोकां चों कोई इस जगह ते पहुंचिया, वो साडीआं नस्लां नूं बख्शेगा, वो साडे घराणे नूं, खानदान नूं बख्शेगा, साडीआं आउण वालीआं पीढ़ियां नाल इस तरह नहीं करेगा। कूड़ कमाना कूड़ो होवे, झूठ दी कमाया है तो झूठ ही निकलेगा, इस विचों सच नहीं निकलेगा। पर खैर उन्होंने हुंदा है भी चलो पता नहीं, असी सारी चीज़ अपने कंट्रोल विच रखीए, पर कुदरत के सच ने इत्थे बहुत कुछ बदलदा, पलां विच बदलदा। सुल्तानां नूं, वड्डे वड्डे खब्बी खानां नूं भीख मंगण उत्ते समय ने मजबूर कीता।
ਔਰ ਉਹ ਗਰੀਬੜੇ ਜਿਨ੍ਹਾਂ ਨੂੰ ਕੋਈ ਪੁੱਛਦਾ ਤੱਕ ਨਹੀਂ ਸੀ, ਉਹ ਉੱਚੀਆਂ ਪਦਵੀਆਂ ਤੇ ਸੱਤਾ ਤਾਕਤਾਂ ਦੇ ਮਾਲਕ ਬਣੇ ਨੇ। ਅੱਜ ਤੱਕ ਦਾ ਮਨੁੱਖੀ ਇਤਿਹਾਸ ਤਾਂ ਇਹੋ ਕੁਝ ਹੀ ਕਹਿੰਦਾ, ਇਹੋ ਕੁਝ। ਇਸ ਵਾਸਤੇ ਸੱਤਾ ਦੀ ਨਸ਼ੇ ਦੇ ਵਿੱਚ ਕਿਸੇ ਨੂੰ ਇੰਨਾ ਵੀ ਸਤਾਉਣਾ ਨਹੀਂ ਚਾਹੀਦਾ ਕਿ ਉਹ ਸਾਡੇ ਗੁਲਾਮੇ ਤੇ ਸਾਡੇ ਤਾਜ ਨੂੰ ਆਪਣੇ ਹੱਥਾਂ ਨਾਲ ਲਾਹ ਕੇ ਪੈਰਾਂ 'ਚ ਸੁੱਟ ਦੇਵੇ। ਇਹਦਾ ਆਦਰ ਵੀ ਬੰਦੇ ਨੂੰ ਆਪ ਹੀ ਕਰਵਾਉਣਾ ਪੈਂਦਾ, ਨਹੀਂ ਤੇ ਕੋਈ ਨਹੀਂ ਕਰਦਾ, ਕੋਈ ਆਦਰ ਨਹੀਂ ਕਰਦਾ। ਪਹਿਲਾਂ ਲੋਕ ਦੱਬੀ ਸੁਰ ਵਿੱਚ ਗਾਲ ਕੱਢਦੇ ਨੇ, ਜਦੋਂ ਸੱਤਾ ਅੱਤ ਤੇ ਆ ਜਾਏ ਫਿਰ ਜ਼ੁਬਾਨ ਤੇ ਮੂੰਹ ਤੇ ਵੀ ਕੱਢ ਦਿੰਦੇ ਨੇ। ਤਾਂ ਇਹ ਇੱਜ਼ਤ ਹੈ ਜਿਹੜੀ ਕਮਾਈ ਹੈ ਬੰਦੇ ਨੇ ਸਾਰੀ ਜ਼ਿੰਦਗੀ 'ਚ। ਇਹ ਹੈ ਉਹ ਮਾਣ ਸਨਮਾਨ ਜਿਹੜਾ ਇਕੱਠਾ ਕੀਤਾ। ਵੀ ਹਜ਼ਾਰਾਂ ਕਰੋੜਾਂ ਰੁਪਈਆਂ ਦੇ ਮਾਲਕ ਨੂੰ ਕੋਈ ਬੰਦਾ ਚੋਰ ਆਖੇ, ਕਿਸੇ ਸਧਾਰਨ ਬੰਦੇ ਨੂੰ ਕੋਈ ਚੋਰ ਆਖੇ ਤੇ ਗੱਲ ਸਮਝ 'ਚ ਆਉਂਦੀ ਹੈ ਵੀ ਇਹਨੂੰ ਘਾਟ ਹੋਏਗੀ, ਕੋਈ ਨੇ ਕਰ ਲਈ ਹੋਏਗੀ ਚੋਰੀ। ਪਰ ਤੁਸੀਂ ਅੰਦਾਜ਼ਾ ਲਾਓ, ਕੋਈ ਬੰਦਾ ਮਹਿਲਾਂ ਦਾ ਮਾਲਕ ਹੋਵੇ, ਸੱਤਾ ਦਾ, ਉਹਨੂੰ ਕੋਈ ਚੋਰ ਆਖੇ। ਇਹ ਗੱਲਾਂ ਬਹੁਤ ਮਾਮੂਲੀ ਜਿਹੀਆਂ ਨੇ। ਚੋਰ ਆਖੇ ਕੋਈ ਵੀ ਇਹ ਚੋਰ ਹੈ, ਤਾਂ ਇਹਦਾ ਮਤਲਬ ਵੀ ਜੋ ਕੁਝ ਇਹਨੇ ਇਕੱਠਾ ਕੀਤਾ ਸਭ ਚੋਰੀ ਚਕਾਰੀ ਦਾ, ਇਹਦੀ ਮਿਹਨਤ ਦਾ ਕੱਖ ਨਹੀਂ ਇਹਦੇ ਵਿੱਚ। ਯਾਨੀ ਕਿ ਵਿਹਲੜ ਹੈ, ਮੰਗ ਕੇ ਖਾਣ ਵਾਲਾ, ਪਰਾਇਆ ਹੱਕ ਖਾਂਦਾ। ਇਹ ਕੋਈ ਇੱਜ਼ਤ ਵਾਲੀ ਗੱਲ ਤਾਂ ਹੈ ਨਹੀਂ, ਗੁਰਮਤਿ ਕਹਿੰਦੀ ਹੈ। ਅਸਲ ਮਨੁੱਖ ਉਹ ਹੈ ਜਿਸ ਨੇ ਆਪਣੀ ਇੱਜ਼ਤ ਦਾ ਕਮਾ ਕੇ ਖਾਦਾ ਹੈ, ਭਾਵੇਂ ਸੁੱਕਾ ਟੁਕੜ ਹੀ ਖਾਦਾ ਹੈ, ਉਹਦੇ 'ਚ ਗੈਰਤ ਹੈ। ਇਹ ਵੀ ਕੋਈ ਗੈਰਤ ਵਾਲੀ ਗੱਲ ਹੋਈ? ਲੋਕਾਂ ਦਾ ਲੁੱਟ ਕੇ ਖਾਈ ਜਾਓ, ਘਰ ਬਣਾਈ ਜਾਓ ਔਰ ਆਖੋ ਮੈਂ ਇਹਨਾਂ ਕਮਾਇਆ। ਤੂੰ ਨਹੀਂ ਕਮਾਇਆ, ਲੋਕਾਂ ਨੇ ਕਮਾਇਆ, ਤੂੰ ਤਾਂ ਠੱਗੀ ਕੀਤੀ ਹੈ। ਕਮਾਇਆ ਤੂੰ ਨਹੀਂ, ਕਮਾਇਆ ਲੋਕਾਂ ਨੇ ਹੈ। ਮਿਹਨਤ ਲੋਕਾਂ ਨੇ ਕੀਤੀ ਹੈ, ਹੱਡ ਲੋਕਾਂ ਨੇ ਭੰਨੇ ਨੇ, ਸਾਧਨ ਲੋਕਾਂ ਨੇ ਜੁਟਾਏ ਨੇ। ਤੂੰ ਤਾਂ ਧੋਖਾ ਕੀਤਾ ਹੈ। ਇਸ ਕਰਕੇ ਤੂੰ ਕਿਰਤੀ ਨਹੀਂ, ਤੂੰ ਧੋਖੇਬਾਜ਼ ਹੋ ਸਕਦਾ। ਤੂੰ ਕਿਰਤੀ ਨਹੀਂ ਹੋ ਸਕਦਾ, ਤੂੰ ਲੁਟੇਰਾ ਹੋ ਸਕਦਾ ਹੈ, ਚੋਰ ਹੋ ਸਕਦਾ ਹੈ, ਬੇਈਮਾਨ ਹੋ ਸਕਦਾ ਹੈ, ਠੱਗ ਹੋ ਸਕਦਾ ਹੈ, ਤੂੰ ਕਿਰਤੀ ਨਹੀਂ ਹੋ ਸਕਦਾ। ਗੁਰੂ ਨੇ ਇਸੇ ਕਰਕੇ ਕਿਰਤੀ ਨੂੰ ਮਾਣ ਦਿੱਤਾ ਬਾਣੀ ਵਿੱਚ। ਇਹ ਕਿਰਤੀ ਤਾਂ ਅਸਲ ਸੂਰਮਾ ਹੈ, ਕਿਰਤੀ ਤੇ ਅਸਲ ਮਨੁੱਖ ਹੈ ਜਿਹੜਾ ਆਪਣੀ ਮਿਹਨਤ ਤੇ ਹਿੰਮਤ ਨਾਲ ਪੈਦਾ ਕਰਦਾ ਹੈ। ਤੇ ਜਿਹੜਾ ਉਹਨਾਂ ਵਸੀਲਿਆਂ ਤੇ ਆ ਕੇ ਧੋਖੇ ਨਾਲ ਕਬਜ਼ਾ ਕਰ ਲਵੇ, ਉਹ ਤਾਂ ਬੇਈਮਾਨ ਹੋਇਆ। ਕਿਰਤੀ ਥੋੜਾ, ਉਹ ਤਾਂ ਨਿਕੰਮਾ ਹੋਇਆ ਕਿ ਉਹਨੂੰ ਇਹੋ ਕੁਝ ਹੀ ਆਉਂਦਾ ਸੀ, ਉਹਨੇ ਕਰ ਲਿਆ। ਤੋ ਗਰੀਬ ਨਵਾਜ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਹੇ ਭਾਈ ਗੋਬਿੰਦ ਭਜੋ, ਹਉਮੈ ਨੂੰ ਛੱਡ ਕੇ ਉਸ ਸ੍ਰਿਸ਼ਟੀ ਦੇ ਸਿਰਜਣਹਾਰ ਨੂੰ ਜਪੋ। ਸ਼ਰਨ ਪਰੋ ਹਰਾਏ, ਸ੍ਰਿਸ਼ਟੀ ਦੇ ਮਾਲਕ ਦੀ ਸ਼ਰਨ ਗ੍ਰਹਿਣ ਕਰੋ। ਦੂਖ ਹਰੈ ਭਵਜਲ ਤਰੈ, ਮਨ ਚਿੰਦਿਆ ਫਲ ਪਾਏ। ਇਹ ਤੁਹਾਡੇ ਅੰਦਰ ਦੇ ਆਤਮਿਕ ਮਾਨਸਿਕ ਦੁੱਖ ਦੂਰ ਹੋਣਗੇ। ਇਹ ਸੰਸਾਰ ਦੇ ਵਿਕਾਰੀ ਭਵਜਲ ਨੂੰ ਤੁਸੀਂ ਪਾਰ ਕਰਨ ਦੀ ਸਮਰੱਥਾ ਵਾਲੇ ਹੋ ਜਾਓਗੇ। ਔਰ ਫਿਰ ਜੋ ਮਨ ਅੰਦਰ ਚਿੰਦੀ ਹੋਈ ਇਹ ਉੱਚੀ ਅਵਸਥਾ ਦੀ ਜਿਹੜੀ ਤੁਹਾਡੇ ਅੰਦਰ ਲਗਨ ਹੈ, ਇਹਦਾ ਫਲ ਤੁਹਾਨੂੰ ਮਿਲੇਗਾ। ਆਠ ਪਹਿਰ ਮਨ ਹਰ ਜਪੈ, ਸਫਲ ਜਨਮ ਪ੍ਰਵਾਨ। ਪਾਤਸ਼ਾਹ ਕਹਿੰਦੇ ਨੇ ਉਹਨਾਂ ਦਾ ਜੀਵਨ ਸਫਲ ਤੇ ਪ੍ਰਵਾਨ ਕਬੂਲ ਹੋ ਜਾਂਦਾ ਹੈ। ਫਿਰ ਜਦੋਂ ਸੰਗਤ ਵਿੱਚ ਉਹਨਾਂ ਦੀ ਲਗਨ ਰੱਬੀ ਨਾਮ ਨਾਲ ਬਣਦੀ, ਅੱਠੇ ਪੈਰ ਉਹਨਾਂ ਦੀ ਸੁਰਤ ਵਿੱਚ ਕਰਤੇ ਦੀ ਯਾਦ ਵਸੀ ਰਹਿੰਦੀ ਹੈ। ਅੰਤਰ ਬਾਹਰ ਸਦਾ ਸੰਗ ਕਰਨਾ ਹਾਰ, ਪਛਾਣੋ ਆਪਣੇ ਅੰਦਰ ਬਾਹਰ ਹਰ ਪਾਸੇ ਸਾਰੀ ਕੁਦਰਤ ਮਨੁੱਖਾਂ ਜੀਆਂ ਵਿੱਚ ਉਸ ਸਿਰਜਣਹਾਰ ਕਰਨੇਹਾਰ ਕਰਤੇ ਨੂੰ ਪਛਾਣਦੇ ਜਾਣਦੇ ਹਨ। ਸੋ ਸਾਜਨ ਸੋ ਸਖਾ ਮੀਤ, ਉਹ ਮੇਰਾ ਮਿੱਤਰ ਹੈ, ਉਹ ਮੇਰਾ ਰਿਸ਼ਤੇਦਾਰ ਹੈ, ਮੇਰਾ ਪਛਾਣੂ ਹੈ। ਜੋ ਹਰ ਕੀ ਮਤ ਦੇ, ਜੋ ਮੈਨੂੰ ਰੱਬ ਦੇ ਰਾਹ ਦੇ ਉੱਤੇ ਤੋਰਦਾ ਹੈ, ਉਹ ਮੇਰਾ ਅਸਲ ਸੰਗੀ ਤੇ ਪਛਾਣੂ ਹੈ, ਜਿਹੜਾ ਮੈਨੂੰ ਰੱਬ ਦੀ ਸਿਫਤੋ ਸਲਾਹ ਨਾਲ ਜੋੜਦਾ ਹੈ, ਰੱਬ ਦੇ ਗੁਣ ਸਿਖਾਉਂਦਾ ਹੈ, ਚੰਗੇ ਰਾਹ ਦੀ ਮੈਨੂੰ ਸੋਝੀ ਦਿੰਦਾ ਹੈ। ਨਾਨਕ ਤਿਸ ਬਲਿਹਾਰਨੈ, ਹਰ ਹਰ ਨਾਮ ਜਪੇ। ਜੋ ਇਸ ਤਰ੍ਹਾਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਅਕਾਲ ਪੁਰਖ ਦੇ ਗੁਣ ਵਡਿਆਈ ਨਾਮ ਨਾਲ ਸਾਂਝ ਬਣਾਉਂਦੇ ਨੇ, ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਸਤਿਗੁਰੂ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ। ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।